Jasraj Singh, welcome to CJ Sidhu Show. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਤੁਸੀਂ ਇੱਕ ਟੀਮ ਦੇ ਵਿੱਚ ਹੁੰਦੇ ਹੋ, ਤੁਸੀਂ ਆਪ ਦਾ ਇੱਕ ਰੋਲ ਪਲੇ ਕਰ ਰਹੇ ਹੋ, ਪਰ ਉਹ ਜਿਹੜਾ ਰੋਲ ਆ ਉਹਦਾ ਫਾਇਦਾ ਪੂਰੀ ਟੀਮ ਨੂੰ ਹੁੰਦਾ ਆ। ਸੋ ਉਹ ਚੀਜ਼ਾਂ ਬਿਜ਼ਨਸ ਦੇ ਵਿੱਚ ਤੇ ਪੋਲਿਟਿਕਸ ਵਿੱਚ ਵੀ ਬਹੁਤ ਯੂਜ਼ ਹੁੰਦੀਆਂ। I'm very happy to see ਵੀ ਜਿਹੜਾ ਮਨਮੀਤ ਸਿੰਘ ਭੁੱਲਰ ਦੀ ਜਿਹੜੀ ਫਾਊਂਡੇਸ਼ਨ ਆ, ਜਿਹੜੀ ਸੇਵਾ ਉੱਥੋਂ ਹੋ ਰਹੀ ਆ, and it still continues। ਹਜੇ ਵੀ ਸਾਡੇ ਸਿੱਖ ਉੱਤੇ ਸਟਕ ਆ। ਜਿਹੜਾ ਉਹਨਾਂ ਦਾ ਸੁਪਨਾ ਸੀਗਾ, ਉਹ that dream has become reality now। ਜਿਹੜੀ ਸਭ ਤੋਂ ਜ਼ਿਆਦਾ ਸਪੋਰਟ ਚਾਹੀਦੀ ਆ, ਉਹ ਇਹਨਾਂ ਵਰਗਿਆਂ ਨੂੰ ਚਾਹੀਦੀ ਆ, ਸਾਡੇ ਟਰੱਕਿੰਗ ਵਾਲਿਆਂ ਨੂੰ, ਜਿਹੜੇ ਫਰਸਟ ਬੇਸਿਕਲੀ essential services ਵੀ ਪ੍ਰੋਵਾਈਡ ਕਰ ਰਹੇ ਆ, ਤੇ ਜਿਹੜੇ ਸਾਡੇ ਟ੍ਰੇਡਮੈਨ ਵਰਗੇ, ਉਹਨਾਂ ਨੂੰ ਬਹੁਤ ਲੋੜ ਆ ਇਹ ਲੋਨ ਦੀ। So moving forward, where we now stand on COVID-19? ਜਿੰਨਾ ਚਿਰ ਅਸੀਂ ਆਪਣੇ ਆਪ ਤੇ ਉਹ ਇੱਕ ਤਰ੍ਹਾਂ ਦਾ ਪਰਹੇਜ਼ ਨਹੀਂ ਰੱਖਦੇ ਜਾਂ we're not following those protocols, Yes. ਉਹ ਜ਼ਰੂਰੀ ਆ। ਮਹਾਰਾਜ ਨੇ ਇੱਕ ਵਾਰੀ ਰੀਸੈਟ ਬਟਨ ਜਾਂ ਰੀਫਰੈਸ਼ ਬਟਨ ਪ੍ਰੈਸ ਕੀਤਾ, ਦਬਾਇਆ ਸਾਡੇ ਤੇ। Small business is the backbone of Canada. Welcome to CJ Sidhu Show। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਥਰਸਡੇ 7 to 8 o'clock ਅਸੀਂ ਕਿਸੇ ਪੋਲੀਟੀਸ਼ੀਅਨ ਨਾਲ, ਕਮਿਊਨਿਟੀ ਐਕਟਿਵਿਸਟ ਨਾਲ ਜਾਂ ਡਾਕਟਰਸ ਨਾਲ ਲੇਟਲੀ ਬਿਕਾਜ਼ ਆਫ COVID-19 ਤੁਹਾਡੀ ਗੱਲਬਾਤ ਕਰਾਈ। ਤੇ ਅੱਜ ਮੈਂ ਕੈਲਗਰੀ ਅਲਬਰਟਾ ਪਹੁੰਚਿਆ, ਇੱਥੋਂ ਦੇ ਆਪਣੇ ਯੰਗ ਮੈਂਬਰ ਆਫ ਪਾਰਲੀਮੈਂਟ, ਉਹਨਾਂ ਦੇ ਦਫ਼ਤਰ ਦੇ ਵਿੱਚੋਂ ਤੁਹਾਨੂੰ ਗੱਲਬਾਤ ਕਰਾ ਰਹੇ ਹਾਂ। ਜਸਰਾਜ ਸਿੰਘ ਹੈਲਨ, ਜਿਹੜੇ ਕਿ ਕੈਨੇਡੀਅਨ ਪੋਲੀਟੀਸ਼ੀਅਨ, ਤੇ ਇਹ ਰਾਈਡਿੰਗ ਆਫ ਕੈਲਗਰੀ ਫੋਰਸ ਲੌਨ ਤੋਂ ਇਹਨਾਂ ਨੇ ਲਾਸਟ ਇਲੈਕਸ਼ਨ 2019 ਐਜ਼ ਏ ਮੈਂਬਰ ਆਫ ਪਾਰਲੀਮੈਂਟ ਤੋਂ ਚੁਣੇ ਗਏ ਆ। ਤੇ ਇਹਨਾਂ ਦਾ ਜਨਮ ਦੁਬਈ ਦਾ ਆ, ਤੇ ਬੜੀ ਯੰਗ ਉਮਰ ਦੇ ਵਿੱਚ ਇਹ ਕੈਨੇਡਾ ਦੇ ਵਿੱਚ ਆ ਗਏ ਸੀ। ਹੀ ਇਜ਼ ਅ ਬਿਜ਼ਨਸਮੈਨ ਇਨ ਕੈਲਗਰੀ, ਤੇ ਇਹਨਾਂ ਦਾ ਹੋਮ ਬਿਲਡਿੰਗ ਬਿਜ਼ਨਸ ਇੱਥੇ ਹੈਗਾ ਆ। ਤੇ ਇਸ ਤੋਂ ਪਹਿਲਾਂ ਐਮਪੀ ਦੇ ਤੌਰ ਤੋਂ ਇਲੈਕਸ਼ਨ ਲੜਨ ਤੋਂ ਪਹਿਲਾਂ ਇਹਨਾਂ ਨੇ ਅਲਬਰਟਾ ਜਨਰਲ ਇਲੈਕਸ਼ਨ ਜਿਹੜਾ ਹੈਗਾ ਪ੍ਰੋਵਿੰਸ਼ੀਅਲ, ਉਸ ਤੇ ਵੀ ਅਨਸਕਸੈਸਫੁਲੀ ਟਰਾਈ ਕੀਤਾ ਸੀਗਾ ਕੈਲਗਰੀ ਮਕੌਲ ਰਾਈਡਿੰਗ ਤੋਂ, ਤੇ ਉੱਥੋਂ ਫਿਰ ਆਪਣੇ ਨਹੀਂ ਸਕਸੈਸਫੁਲ ਹੋਏ। ਤੇ ਹੁਣ ਇਹਨਾਂ ਨੇ ਮੈਂਬਰ ਆਫ ਪਾਰਲੀਮੈਂਟ ਦੀ ਤੌਰ ਤੇ ਇੱਥੇ ਕੈਲਗਰੀ ਫੋਰਸ ਲੌਨ ਜਿਹੜੀ ਰਾਈਡਿੰਗ ਹੈ, ਉੱਥੋਂ ਇਹ ਮੈਂਬਰ ਆਫ ਪਾਰਲੀਮੈਂਟ ਰਿਪਰੈਜ਼ੈਂਟ ਕਰ ਰਹੇ। ਜਸਰਾਜ ਸਿੰਘ, ਵੈਲਕਮ ਟੂ CJ ਸਿੱਧੂ ਸ਼ੋ। ਆਪਣੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਿੱਧੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਜਸਰਾਜ ਸਿੰਘ, ਮੈਂ ਥੋੜਾ ਬਹੁਤ ਬਰੀਫ ਚ ਡਿਸਕ੍ਰਿਪਸ਼ਨ ਥੋੜਾ ਦਿੱਤਾ ਆ, ਤੇ ਤੁਸੀਂ ਥੋੜਾ ਜਿਹਾ ਆਪਦੇ ਬਾਰੇ ਹੋਰ ਵੀ ਜਿਹੜੇ ਸਾਡੇ ਵਿਊਅਰਸ ਹੈ ਉਹਨਾਂ ਨਾਲ ਤੁਸੀਂ ਆਪਦੇ ਵਿਊ ਸਾਂਝੇ ਕਰ ਸਕਦੇ। ਬਿਲਕੁਲ, ਮੈਂ ਹੀ ਐਡ ਕਰਨਾ ਚਾਹੂੰਗਾ ਵੀ ਅਸੀਂ ਬਹੁਤ ਫੋਰਚੂਨੇਟ ਰਹੇ ਹਾਂ ਆਪਣੀ ਲਾਈਫ ਦੇ ਵਿੱਚ। ਜਦੋਂ ਅਸੀਂ ਆਏ ਹਾਂ, ਮਾਈ ਮਮ ਐਂਡ ਡੈਡ, ਉਹਨਾਂ ਨੇ ਬਹੁਤ ਹਾਰਡ ਕੰਮ ਕਰਕੇ ਸਾਨੂੰ ਪਾਲਿਆ। ਮੈਂ ਸੀਗਾ, ਮੇਰਾ ਵੱਡਾ ਭਰਾ ਤੇ ਛੋਟੀ ਭੈਣ, ਤੇ ਮਾਮ ਨੇ ਵੀ ਦੋ ਜੌਬਾਂ ਕੀਤੀਆਂ। ਡੈਡ ਟੈਕਸੀ ਚਲਾਉਂਦੇ ਰਹੇ ਆ, ਲੌਂਗ ਸ਼ਿਫਟਾਂ ਕਰਦੇ ਰਹੇ ਆ ਸਾਨੂੰ ਸਕਸੈਸਫੁਲ ਕਰਾਉਣ ਲਈ। ਸੋ ਹੁਣ ਮੇਰੇ ਮਮ ਡੈਡ ਦਾ ਬਹੁਤ ਜ਼ਿਆਦਾ ਧੰਨਵਾਦ। ਤੇ ਨਾਲ ਦੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਸੰਗਤ ਦੇ ਵਿੱਚ ਹੀ ਪਾਲੇ ਆ, ਜਿੱਥੋਂ ਸਾਨੂੰ ਅਸੀਸਾਂ ਮਿਲੀਆਂ, ਤੇ ਬਜ਼ੁਰਗਾਂ ਦੀਆਂ ਅਸੀਸਾਂ ਵੀ ਬਹੁਤ ਜ਼ਿਆਦਾ ਮਿਲੀਆਂ। ਤੇ ਹਾਈ ਸਕੂਲ ਤੋਂ ਬਾਅਦ ਲੀਡਿੰਗ ਅਪ ਟੂ ਹਾਈ ਸਕੂਲ ਮੈਂ ਸਪੋਰਟਸ ਦੇ ਵਿੱਚ ਵੀ ਮੈਂ ਸਪੋਰਟਸ ਖੇਡਦਾ ਰਿਹਾ। ਉਹਦੇ ਨਾਲ ਦੇ ਨਾਲ ਅਸੀਂ ਚੈਰਿਟੀ ਦਾ ਕੰਮ ਵੀ ਬਹੁਤ ਮਹਾਰਾਜ ਦੀ ਕਿਰਪਾ ਨਾਲ ਕਰਦੇ ਰਹੇ ਹਾਂ। ਸੋ ਆਪਾਂ ਇਹ ਦੁਬਈ ਦੀ ਗੱਲ ਕਰ ਰਹੇ ਇੱਥੇ ਦੀ। ਅੱਛਾ, ਇੱਥੇ ਬਿਲਕੁਲ। ਸੋ ਮੈਂ 5 ਸਾਲਾਂ ਦਾ ਸੀਗਾ ਜਦੋਂ ਅਸੀਂ ਮੂਵ ਹੋਏ ਹਾਂ। ਅੱਛਾ। ਤੇ ਉਸ ਤੋਂ ਬਾਅਦ ਫਿਰ ਨਾਲ ਦੇ ਨਾਲ ਗਰੋਇੰਗ ਅਪ ਸਪੋਰਟਸ ਖੇਡਦਾ ਰਿਹਾ, ਨਾਲ ਦੇ ਨਾਲ ਅਸੀਂ ਚੈਰਿਟੀ ਦਾ ਕੰਮ ਵੀ ਮਹਾਰਾਜ ਦੀ ਕਿਰਪਾ ਨਾਲ ਕਰਦੇ ਰਹੇ ਹਾਂ। ਉਹਦੇ ਨਾਲ ਅਸੀਂ ਜਿਹੜੀਆਂ ਚੀਜ਼ਾਂ ਉਹਦੇ ਵਿੱਚੋਂ ਸਿੱਖੇ ਆ, ਉਹ ਚੀਜ਼ਾਂ ਅਸੀਂ ਬਿਜ਼ਨਸ ਦੇ ਵਿੱਚ ਵੀ ਤੇ ਅਸੀਂ ਇਸ ਪੋਲਿਟਿਕਸ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਥਿੰਗਸ ਲਾਈਕ ਜਦੋਂ ਤੁਸੀਂ ਇੱਕ ਟੀਮ ਦੇ ਵਿੱਚ ਹੁੰਦੇ ਹੋ, ਤੁਸੀਂ ਆਪ ਦਾ ਇੱਕ ਰੋਲ ਪਲੇ ਕਰ ਰਹੇ ਹੋ, ਪਰ ਉਹ ਜਿਹੜਾ ਰੋਲ ਆ ਉਹਦਾ ਫਾਇਦਾ ਪੂਰੀ ਟੀਮ ਨੂੰ ਹੁੰਦਾ ਆ। ਸੋ ਉਹ ਚੀਜ਼ਾਂ ਬਿਜ਼ਨਸ ਦੇ ਵਿੱਚ ਤੇ ਪੋਲਿਟਿਕਸ ਦੇ ਵਿੱਚ ਵੀ ਬਹੁਤ ਯੂਜ਼ ਹੁੰਦੀਆਂ। ਸੋ ਆਮ ਵੈਰੀ ਫੋਰਚੂਨੇਟ ਕਿ ਉਹ ਵੀ ਚੀਜ਼ਾਂ ਨਾਲ ਦੇ ਨਾਲ ਸਿੱਖਦੇ ਰਹੇ ਹਾਂ ਅਸੀਂ।
ਬਹੁਤ ਫੋਰਚੂਨੇਟ ਰਹੇ ਆ ਹੋਮ ਬਿਲਡਿੰਗ ਕੰਪਨੀ ਜਦੋਂ ਸ਼ੁਰੂ ਕੀਤੀ ਸੀ ਮੈਂ ਆਪਣੇ ਦੋ ਭਰਾਵਾਂ ਨਾਲ ਤੇ ਉਹਦੇ ਨਾਲ ਦੇ ਨਾਲ ਸਾਨੂੰ ਬਹੁਤ ਮੌਕੇ ਮਿਲੇ ਬੋਰਡ 'ਤੇ ਬੈਠਣ ਦੇ ਹੋਰ ਵੀ ਚੈਰਿਟੀ ਦਾ ਕੰਮ ਕਰਨ ਲਈ ਇੱਕ ਮੌਕਾ ਮਿਲਿਆ ਬੇਸਿਕਲੀ ਸੋ ਨਾਲ ਦੇ ਨਾਲ we were able to give back to the community ਜਿਹੜੀ ਸਭ ਤੋਂ important ਗੱਲ ਆ and these are basically these are upper level but most ਇਹੀ ਮੈਂ ਚੀਜ਼ਾਂ ਮੈਂ ਦੱਸਣਾ ਚਾਹੁੰਦਾ ਸਾਨੂੰ ਇੱਥੇ ਪੋਲਿਟਿਕਸ ਦੇ ਵਿੱਚ ਬਹੁਤ ਉਤਸ਼ਾਹ ਮਿਲਦਾ ਹੁੰਦਾ ਸੀਗਾ ਸਾਡੇ ਲੇਟ ਭਾਈ ਮਨਮੀਤ ਸਿੰਘ ਭੁੱਲਰ honorable ਸਾਡੇ ਜਿਹਨੂੰ ਅਸੀਂ ਵੱਡੇ ਭਰਾ ਨੂੰ ਕਾਫੀ ਮਿਸ ਕਰਦੇ ਹਾਂ ਉਹਨਾਂ 'ਚ ਜਿਹੜੀ ਚੀਜ਼ ਸੀਗੀ ਸੇਵਾ ਕਰਨ ਦੀ ਸਾਰਿਆਂ ਦੀ ਹੈਲਪ ਕਰਨ ਦੀ that thing we are not only just missing ਉਹ ਚੀਜ਼ ਨੂੰ ਜਾਰੀ ਰੱਖਣਾ ਵੀ ਬਹੁਤ ਔਖਾ ਇੱਕ ਬੰਦੇ ਲਈ because ਉਹਨਾਂ ਦੇ his shoes were too big to fill right so I would like to also mention that so ਤੁਸੀਂ ਮੈਂ ਤੁਹਾਨੂੰ ਇਹ next question ਵਿੱਚ ਪੁੱਛਣਾ ਤੁਸੀਂ ਆਪੇ ਹੀ ਮੈਂਸ਼ਨ ਕਰਦਾ ਸਾਡੇ ਨੈਫਿਊ ਲੱਗਦੇ ਆ ਮਨਵੀਰ ਸਿੰਘ ਭੁੱਲਰ ਦਾ ਆਲਵੇਜ਼ ਜ਼ਿਕਰ ਆਉਂਦਾ ਬਹੁਤ ਹੀ ਛੋਟੀ ਜੀ ਉਮਰ ਦੇ ਵਿੱਚ ਉਹਨਾਂ ਨੇ ਬਹੁਤ ਹੀ ਕਮਿਊਨਿਟੀ ਲਈ ਕੰਮ ਕੀਤਾ ਤੇ ਆਪਣੇ ਜਿੰਨੇ ਵੀ ਯੰਗ ਸਾਡੇ ਜਿੰਨੇ ਵੀ ਨੈਫਿਊ ਨੀਸਿਸ ਆ ਉਹਨਾਂ ਦੇ ਰੋਲ ਮਾਡਲ ਹੈਗੇ ਆ ਬਾਕੀ ਕਮਿਊਨਿਟੀ 'ਚ ਬਾਕੀ ਤੁਹਾਨੂੰ ਪਤਾ ਹੈ ਕਿ ਅਫਗਾਨ ਰਿਫਿਊਜੀ ਦਾ ਉਹਨਾਂ ਨੇ ਜਿਹੜਾ ਸਿੱਟਾ ਚੱਕਿਆ ਸੀ ਹੁਣ ਉਹਨਾਂ ਦੀ ਫੈਮਿਲੀ ਜਿਹੜੀ ਹੈ ਐਜ਼ ਏ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਦੇ ਅੰਡਰ ਉਹ ਕੰਮ ਚੱਲ ਰਿਹਾ ਤੇ ਉਹ ਚੀਜ਼ ਬਹੁਤ ਵਧੀਆ ਵੀ ਉਹ ਜਿਹੜਾ ਉਪਰਾਲਾ ਆ ਜਿਹੜਾ ਸ਼ੁਰੂ ਕੀਤਾ ਸੀ ਮਨਮੀਤ ਸਿੰਘ ਹੋਣਾ ਨੇ ਉਹ ਹਜੇ ਇਟਸ ਵੈਰੀ ਗੁੱਡ ਟੂ ਸੀ ਵੀ ਜਿਹੜੀ ਫੈਮਿਲੀ ਆ ਭੁੱਲਰ ਸਾਹਿਬ ਪਿੰਕੀ ਇਹ ਸਾਰੇ ਉਹਨੂੰ ਜਾਰੀ ਰੱਖਿਆ ਆ ਪ੍ਰੋਗਰਾਮ ਨੂੰ and what we saw was actually ਗੁਰੂ ਦੀ ਕਿਰਪਾ ਨਾਲ ਅਸੀਂ ਵੀ ਇੱਕ ਫੈਮਿਲੀ ਨੂੰ ਸਪਾਂਸਰ ਕੀਤਾ ਸੀਗਾ and it was a family of 6 and ਇੱਥੇ ਆਏ ਹੋਏ ਨੇ ਹੁਣ and ਇਹੀ ਫਾਲਿਆ ਵੀ ਉਹਨਾਂ ਨੇ ਉਹ ਬੇਸ ਬਣਾਇਆ ਸੀਗਾ ਉਹਨਾਂ ਦਾ ਇੱਕ ਵਿਜ਼ਨ ਸੀਗਾ ਤੇ ਉਹ ਵੀ he is not here but ਉਹ ਵੀ ਉਹਨਾਂ ਦਾ ਹੁਣ ਪੂਰਾ ਹੋ ਰਿਹਾ ਜੋ ਵੀ ਉਹਨਾਂ ਨੇ ਬੇਸ ਫਾਊਂਡੇਸ਼ਨ ਲਈ ਕੀਤਾ ਸੀਗਾ I'm very happy to see ਵੀ ਜਿਹੜਾ ਮਨਮੀਤ ਸਿੰਘ ਭੁੱਲਰ ਦੀ ਜਿਹੜੀ ਫਾਊਂਡੇਸ਼ਨ ਆ ਜਿਹੜੀ ਸੇਵਾ ਉੱਥੋਂ ਹੋ ਰਹੀ ਆ and it still continues ਹਜੇ ਵੀ ਸਾਡੇ ਸਿੱਖ ਉੱਥੇ ਸਟਕ ਆ in Afghanistan and right now ਅਸੀਂ ਵੀ ਸਾਡੀ ਪਾਰਟੀ ਵੱਲੋਂ ਮੈਂ ਵੀ ਸਾਈਨ ਕੀਤਾ ਸੀਗਾ ਸਾਡੇ ਹੋਰ ਵੀ 16 MPs ਹੈਗੇ ਆ ਇਨਕਲੂਡਿੰਗ ਆਨਰੇਬਲ ਜਿਹੜੇ ਟਿਮ ਉਪਲ ਨੇ ਉਹਨਾਂ ਨੇ ਵੀ ਸਾਈਨ ਕੀਤਾ ਸੀਗਾ ਅਸੀਂ ਬੇਨਤੀ ਇਹ ਕੀਤੀ ਆ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਕਿ ਅਸੀਂ ਇਹ ਪ੍ਰੋਸੈਸ ਨੂੰ ਥੋੜਾ ਸਪੀਡ ਅਪ ਕਰੀਏ ਫਾਸਟ ਟਰੈਕ ਕਰੀਏ ਲੈਟਸ ਗੈਟ them here to Canada ਸੋ ਮਿਸਟਰ ਭੁੱਲਰ ਨਾਲ ਮੇਰੀ ਯੈਸਟਰਡੇ ਗੱਲ ਹੋਈ ਸੀ ਅਸੀਂ ਪਰਿਵਾਰਕ ਤੌਰ ਤੇ ਇਕੱਠੇ ਹੋਏ ਸੀਗੇ ਸੋ ਬੜੀ ਖੁਸ਼ੀ ਦੀ ਗੱਲ ਹੈ ਉਹਨਾਂ ਨੇ ਦੱਸਿਆ ਕਿ ਹੋਰ ਬਹੁਤ ਵੱਡਾ ਇੱਕ ਜਿਹੜੇ ਪੀਪਲ ਹੈਗੇ ਆ ਉਹ ਦਿੱਲੀ ਪਹੁੰਚ ਰਹੇ ਆ ਤੇ ਉਹਨਾਂ ਦਾ ਉਹ ਇੰਤਜ਼ਾਮ ਕਰ ਰਹੇ ਆ ਸੋ ਮੇਰੇ ਖਿਆਲ 500 ਪਰਿਵਾਰ ਪਿੱਛੇ ਰਹਿ ਗਏ ਆ ਤੇ ਉਹਨਾਂ ਤੋਂ ਜਿਹੜੇ ਕਾਫੀ ਪਰਿਵਾਰ ਹੈਗੇ ਹੁਣ ਦਿੱਲੀ ਆ ਰਹੇ ਆ ਸੋ ਮੇਰੇ ਖਿਆਲ ਜਿਹੜਾ ਇਹ ਮਨਮੀਤ ਸਿੰਘ ਦਾ ਜਿਹੜਾ ਸੁਪਨਾ ਸੀਗਾ ਮੇਰਾ ਆਪਣੇ ਸਾਰੀ ਜਿਹੜੀ ਕਮਿਊਨਿਟੀ ਹੈ ਪੋਲੀਟੀਸ਼ੀਅਨਸ ਕਮਿਊਨਿਟੀ ਐਕਟਿਵਿਸਟ ਗੁਰਦੁਆਰੇ ਮੰਦਰ ਜਿਹੜੇ ਵੀ ਇਹਦੇ ਵਿੱਚ ਹਿੱਸਾ ਪਾ ਸਕਦੇ ਆ ਤੇ ਪਾ ਰਹੇ ਉਹ ਪਾਉਣਾ ਵੀ ਚਾਹੀਦਾ ਐਬਸੋਲੂਟਲੀ ਤੇ ਇਹ ਵੀ ਬਹੁਤ ਵਧੀਆ ਗੱਲ ਆ ਵੀ ਹੀ ਵਾਸ an Alberta MLA ਪਰ ਜਿਹੜੇ ਕੰਮ ਸੀਗੇ ਵਰਲਡ ਵਾਈਡਲੀ ਫਾਇਦਾ ਉਹ ਦੇਖਦੇ ਹੁੰਦੇ ਸੀਗੇ not just for our own community but for all the communities and I'm very happy to see ਵੀ ਉਹ ਵੀ ਹਜੇ ਉਹ ਜਿਹੜਾ ਉਹਨਾਂ ਦਾ ਸੁਪਨਾ ਸੀਗਾ ਉਹ that dream has become reality now so ਸਾਡੀ ਗੱਲ ਚੱਲ ਰਹੀ ਹੈ ਮੈਂਬਰ ਆਫ ਪਾਰਲੀਮੈਂਟ from Calgary Force Lawn ਕੰਜ਼ਰਵੇਟਿਵ ਪਾਰਟੀ ਦੇ ਜਸਰਾਜ ਸਿੰਘ ਹਾਲਨ ਤੇ ਇਹਨਾਂ ਦੇ ਆਫਿਸ ਦੇ ਵਿੱਚ ਹੀ ਸਾਡੀ ਗੱਲਬਾਤ ਚੱਲ ਰਹੀ ਹੈ ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਪੋਲੀਟੀਕਲ ਕਮੇਟੀਆਂ ਤੇ ਇਹ ਸਰਵ ਕਰ ਰਹੇ ਆ ਆਪਣੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਤੇ ਇਸ ਤੋਂ ਇਲਾਵਾ COVID-19 ਪੈਂਡੈਮਿਕ ਕਮੇਟੀ ਦੇ ਵਿੱਚ ਹੀ ਸੀਗੇ ਜਿਹੜੇ ਕਿ ਇਹਨਾਂ ਦੀ ਟਰਮ ਜੂਨ 18 2020 ਦੇ ਵਿੱਚ ਫਿਨਿਸ਼ ਹੋਈ ਹੈ ਜਸਰਾਜ ਸਿੰਘ ਲੈਟਸ ਟਾਕ ਅਬਾਊਟ ਦਾ COVID-19 ਫਰਸਟ ਬਿਕਾਜ਼ ਵੈਨ ਆਈ ਵਾਸ ਲੁਕਿੰਗ ਫॉर द stats ਮਤਲਬ ਦੁਨੀਆ ਭਰ ਦੇ ਵਿੱਚ 17 ਮਿਲੀਅਨ ਦੇ ਕੇਸਿਸ ਹੋ ਚੁੱਕੇ ਆ ਜਿਸ ਵਿੱਚ 672 ਡੈਥਸ ਹੋ ਚੁੱਕੀਆਂ ਐਂਡ ਹਾਲਾਂਕਿ ਰਿਕਵਰੀ ਵੀ ਬਹੁਤ ਹੋ ਰਹੀ ਹੈ ਤੇ ਉਸ ਤੋਂ ਇਲਾਵਾ ਕੈਨੇਡਾ ਦੇ ਆਪਣੇ ਜਿਹੜੇ ਕਨਫਰਮਡ ਕੇਸ ਹੈ ਦਿਸ ਮਾਰਨਿੰਗ 116,000 ਐਂਡ ਉਹਦੇ ਜੋ 8900 ਜਿਹੜੀਆਂ ਮੌਤਾਂ ਹੋ ਚੁੱਕੀਆਂ ਅਲਬਰਟਾ ਦੇ ਨੰਬਰ ਜਿਹੜੇ ਹੈਗੇ 10,000 ਕਨਫਰਮਡ ਕੇਸਿਸ ਐਂਡ 8900 ਰਿਕਵਰਡ ਐਂਡ 190 ਮੌਤਾਂ ਹੋ ਰਹੀਆਂ ਆ ਮੌਤ ਇੱਕ ਵੀ ਬਹੁਤ ਹੁੰਦੀ ਪਰਿਵਾਰ ਸੋ ਇਹਦੇ ਬਾਰੇ ਤੁਸੀਂ ਚਾਨਣਾ ਪਾਓ ਵੀ ਜਿਹੜੇ ਉਪਰਾਲੇ ਚੱਲ ਰਹੇ ਆ ਫੈਡਰਲ ਗਵਰਨਮੈਂਟ ਦੇ ਤੇ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਬਿਲਕੁਲ ਥੈਂਕ ਯੂ ਬਹੁਤ ਵਧੀਆ ਕੁਐਸਚਨ ਆ ਪ੍ਰੋਫੈਸਰ ਸਾਹਿਬ ਅਸੀਂ ਸਾਡੀ ਪਾਰਟੀ ਨੇ ਜਨਵਰੀ ਤੋਂ ਸ਼ੁਰੂ ਹਾਊਸ ਦੇ ਵਿੱਚ ਹੀ ਅਸੀਂ ਕੁਐਸਚਨ ਪੁੱਛਣ ਲੱਗੇ ਸੀਗੇ ਵੀ ਇਹ ਸਿਚੁਏਸ਼ਨ ਚਾਈਨਾ ਚ ਹੋ ਰਿਹਾ ਅਸੀਂ ਆਪਣੇ ਵੱਲੋਂ ਕੀ ਕਰ ਰਹੇ ਹਾਂ ਵੀ ਵਾਟ ਇਜ਼ ਦ ਗਵਰਨਮੈਂਟ ਡੂਇੰਗ
ਤੇ ਬਹੁਤ ਪੁਸ਼ ਕੀਤਾ ਉਦੋਂ ਐਂਡ ਈਵਨ ਜਿਹੜੀਆਂ ਰਿਪੋਰਟਾਂ ਹੁਣ ਬਾਅਦ ਚ ਨਿਕਲੀਆਂ ਇਟ ਸੈਡ ਕੈਨੇਡਾ was slow to react. ਸਾਡਾ ਜਿਹੜਾ reaction rate ਸੀ ਬਹੁਤ slow ਸੀਗਾ and it's unfortunate to see ਸਾਡੀ ਜਿਹੜੀ PPE ਵੀ ਆ personal protective equipment ਸਾਨੂੰ ਬਾਅਦ ਪਤਾ ਲੱਗਿਆ ਵੀ in the millions destroy ਹੋਇਆ ਸੀਗਾ because expire ਹੋ ਗਿਆ ਸੀ ਪਰ ਉਹਨੂੰ replenish ਨਹੀਂ ਕੀਤਾ ਗਿਆ ਬਾਅਦ ਚ so ਸਾਡਾ ਪਾਰਟੀ ਦਾ ਇਹ ਕਹਿਣਾ ਸੀਗਾ ਵੀ we should take team Canada approach ਲੈਣਾ ਚਾਹੀਦਾ ਇਹ ਬਹੁਤ ਵੱਡਾ ਮਸਲਾ ਆ and ਸਾਰੀਆਂ ਪਾਰਟੀਆਂ ਨੂੰ ਰਲ ਮਿਲ ਕੇ ਇਹਦਾ ਟੈਕਲ ਕਰਨਾ ਚਾਹੀਦਾ so we started in January but ਜਦੋਂ ਅਸੀਂ ਪੁੱਛਿਆ ਵੀ borders ਦਾ ਕੀ ਕਰ ਰਹੇ ਆ we didn't get good reaction ਅਸੀਂ ਜਾ ਕੇ ਦੇਖਿਆ ਵੀ ਕੱਲਾ ਮਾਰਚ ਜਾਂ ਅਪ੍ਰੈਲ ਦੇ ਵਿੱਚ ਇਹਨਾਂ ਨੇ ਥੋੜਾ ਬਹੁਤ ਐਕਸ਼ਨ ਉਹ ਲੈਣ ਲੱਗੇ ਸੀਗੇ which was a little bit unfortunate ਪਰ ਅਸੀਂ ਫਿਰ ਵੀ ਉਹਨਾਂ ਨੂੰ ਕਿਹਾ ਵੀ ਟੀਮ ਕੈਨੇਡਾ ਦਾ ਅਪਰੋਚ ਲੈਣਾ ਬਹੁਤ ਜ਼ਰੂਰੀ ਆ we should this is not about partisanship ਇਹ ਰਲ ਮਿਲ ਕੇ ਹੀ ਹੋਣਾ ਆ so basically ਜੋ again ਜਿਹੜੀਆਂ ਰਿਪੋਰਟਾਂ ਨਿਕਲੀਆਂ it's unfortunate ਸਾਡੇ ਫੈਡਰਲ ਸਰਕਾਰ ਦਾ slow response ਸੀਗਾ ਪਰ ਜੇ ਆਪਾਂ ਰਿਲੇਟਿਵਲੀ ਦੁਨੀਆ ਭਰ ਦੇ ਵਿੱਚ ਦੇਖਿਆ ਜਾਵੇ ਜਿਹੜੇ ਐਫਰਟਸ ਹੋਏ ਸੋ ਰਿਲੇਟਿਵਲੀ ਕੈਨੇਡਾ ਇਜ਼ ਡੂਇੰਗ ਵੈਰੀ ਵੈਲ ਤੇ ਇਸ ਦੇ ਨਾਲ ਜਿਹੜੇ ਫੈਡਰਲ ਗਵਰਨਮੈਂਟ ਨੇ ਪ੍ਰੋਗਰਾਮ ਲਿਖੇ CERB ਜਾਂ ਵੇਜ ਸਬਸਿਡੀ ਸਟੂਡੈਂਟਸ ਲਈ ਜਿਹੜੇ ਹੈਗੇ ਪ੍ਰੋਗਰਾਮ ਉਹਨਾਂ ਦੇ ਬਾਰੇ ਤੁਹਾਡੇ ਕੀ ਖਿਆਲ ਹੈ ਕਿਉਂਕਿ ਕਾਫੀ ਉਹਦੇ ਬਾਰੇ ਪੋਜ਼ਿਟਿਵ ਖਬਰਾਂ ਆ ਰਹੀਆਂ ਕਿ ਗਵਰਨਮੈਂਟ ਨੇ ਕਾਫੀ ਮਤਲਬ ਐਕਸ਼ਨ ਲਿਆ ਹੈ ਤੇ ਬੜਾ ਟਾਈਮਲੀ ਐਕਸ਼ਨ ਲਿਆ ਬਿਲਕੁਲ ਜੀ ਮੈਂ ਇਹ ਕਹਿਣਾ ਚਾਹੂੰਗਾ ਵੀ ਸ਼ੁਰੂਆਤ ਵਿੱਚ ਜਦੋਂ ਪੈਂਡੈਮਿਕ ਕੈਨੇਡਾ ਦੇ ਵਿੱਚ ਸ਼ੁਰੂ ਹੋਇਆ ਸੀਗਾ ਜਿਹੜੀ ਲਿਬਰਲ ਸਰਕਾਰ ਸੀਗੀ ਉਹਨਾਂ ਨੇ ਇੱਕ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹ ਬਿੱਲ ਦੇ ਵਿੱਚ ਉਹ ਅਨਪ੍ਰੈਸੀਡੈਂਟਡ ਪਾਵਰਸ ਮੰਗਦੇ ਸੀ ਸੋ ਅਨਲਿਮਿਟਿਡ ਸਪੈਂਡਿੰਗ ਪਾਵਰ ਤੇ ਅਨਲਿਮਿਟਿਡ ਅਨਕੁਐਸਚਨਡ ਦੀ ਬਿਨਾਂ ਕੁਐਸਚਨ ਤੋਂ ਜਿੰਨਾ ਮਰਜ਼ੀ ਸਪੈਂਡ ਕਰ ਸਕਦੇ ਸੀਗੇ ਸਾਰੇ ਜਿਹੜੇ ਆਪੋਜੀਸ਼ਨ ਪਾਰਟੀ ਸੀਗੇ ਉਹਨਾਂ ਨੇ ਬਿੱਲ ਨੂੰ ਟਰਨ ਡਾਊਨ ਕਰ ਲਿਆ ਸੀਗਾ which was good that ਸਾਡੀ ਆਪੋਜੀਸ਼ਨ ਇਫੈਕਟਿਵ ਰਹੀ ਆ ਐਂਡ ਪਹਿਲਾਂ ਸ਼ੁਰੂਆਤ ਦੇ ਵਿੱਚ ਜਿਹੜੀ ਵੇਜ ਸਬਸਿਡੀ ਸੀਗੀ ਉਹ ਪਹਿਲਾਂ ਕੱਲੀ 10% ਤੇ ਸੀ ਉਹਨਾਂ ਨੇ ਜਿਹੜੀ ਪਹਿਲਾਂ ਕੱਢੀ ਸੀ ਐਂਡ ਸਾਡੀ ਪਾਰਟੀ ਨੇ ਬਹੁਤ ਪੁਸ਼ ਕੀਤਾ ਵੀ 10% ਵੇਜ ਸਬਸਿਡੀ ਇਜ਼ ਨਾਟ ਇਨਫ ਹੁਣ ਜੇ ਕੋਈ ਬਿਜ਼ਨਸ ਨੇ ਖੁੱਲੇ ਰਹਿਣਾ ਥਰੂ ਦਿਸ ਹਾਰਡ ਟਾਈਮ ਆਲਰੇਡੀ ਬਿਜ਼ਨਸ ਹੈ ਨੀਗਾ ਤੇ 10% to cover wages won't cover much ਅਸੀਂ ਫਿਰ ਉਹਨਾਂ ਨਾਲ ਡੀਲ ਬੈਕ ਐਂਡ ਫੋਰਥ ਕੀਤੀ ਆ ਕਾਫੀ ਪੁਸ਼ ਕੀਤਾ ਉਹਨਾਂ ਨੂੰ ਉਹ 10% ਨੂੰ ਉਹਨਾਂ ਨੇ 75% ਕਰਤਾ ਸੀਗਾ ਸੋ we were happy to see ਵੀ ਇਹੀ ਟੀਮ ਕੈਨੇਡਾ ਦਾ ਅਪਰੋਚ ਹੁੰਦਾ ਆ ਤੇ ਅਸੀਂ ਰਲ ਮਿਲ ਕੇ ਜਿਹੜੀ ਕੰਸਟੀਚੂਐਂਟਸ ਜਾਂ ਬਿਜ਼ਨੈਸਸ ਦੇ ਕੰਸਰਨਸ ਆ ਅਸੀਂ ਉਹਨਾਂ ਦੇ ਹਿਸਾਬ ਨਾਲ ਪਾਲਿਸੀਜ਼ ਕ੍ਰੀਏਟ ਕਰੀਏ ਵੀ ਜਿਨ੍ਹਾਂ ਕਿ ਉਹਨਾਂ ਨੂੰ ਹੋਰ ਫਾਇਦਾ ਮਿਲੇ ਦੂਜਾ ਜਿਹੜਾ ਪ੍ਰੋਗਰਾਮ ਸੀਗਾ ਜਿਹੜਾ $40,000 ਦਾ ਲੋਨ ਸੀਗਾ ਫॉर ਸਮਾਲ ਬਿਜ਼ਨੈਸਸ ਪਹਿਲਾਂ ਤਾਂ ਇਹਨਾਂ ਦੀ ਰਿਕੁਆਇਰਮੈਂਟ ਜਿਹੜੀ ਕੱਢੀ ਸੀ ਉਹ $50,000 ਦੀ ਪੇਰੋਲ ਰਿਕੁਆਇਰਮੈਂਟ ਸੀਗੀ ਹੁਣ ਸਾਡੀ ਸਪੈਸ਼ਲੀ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਅਲਬਰਟਾ ਚ ਖਾਸ ਕਰਕੇ ਕਹਿ ਲਓ ਜਿਹੜੇ ਹੈਗੇ ਆ ਸਾਡੇ ਟਰੱਕਿੰਗ ਵਾਲੇ ਵੀਰ ਜਾਂ ਜਿਹੜੇ ਟ੍ਰੇਡਸ ਵਿੱਚ ਕੰਮ ਕਰਦੇ ਆ ਪਲੰਬਿੰਗ ਦੇ ਵਿੱਚ ਜਾਂ ਇਲੈਕਟ੍ਰੀਸ਼ੀਅਨ ਉਹ ਆਲਰੇਡੀ ਪਹਿਲਾਂ ਸਫਰ ਕਰ ਰਹੇ ਸੀ ਰਿਸੈਸ਼ਨ ਤੋਂ ਸੋ ਕਈਆਂ ਨੂੰ ਇਹ ਇਦਾਂ ਦੀ ਸਿਚੁਏਸ਼ਨ ਸੀ ਕਿ ਉਹਨਾਂ ਨੂੰ ਬੰਦੇ ਨੂੰ ਲੇ ਆਫ ਕਰਨਾ ਪਿਆ ਫਿਰ ਉਹਨਾਂ ਨੂੰ ਆਪ ਹੀ ਫੀਲਡ ਦੇ ਵਿੱਚ ਕੰਮ ਕਰਨਾ ਪੈਂਦਾ ਸੀਗਾ ਹੁਣ ਜਿਹੜੀ 50,000 ਦੀ ਪੇਰੋਲ ਰਿਕੁਆਇਰਮੈਂਟ ਸੀਗੀ ਉਹ ਮੀਟ ਨਹੀਂ ਸੀ ਕਰਦੇ ਬਿਕਾਜ਼ ਜਿਹੜੇ ਸਾਡੇ ਹੈਗੇ ਆ ਸਮਾਲ ਬਿਜ਼ਨਸ ਓਨਰਸ ਉਹ ਡਿਵੀਡੈਂਡ ਕਰਦੇ ਹੁੰਦੇ ਆ ਨਾਟ ਪੇਰੋਲ ਐਂਡ ਇਟਸ ਟੋਟਲੀ ਲੀਗਲ ਆ ਟੇਕਿੰਗ ਆਊਟ ਡਿਵੀਡੈਂਡ ਇਨਸਟੈਡ ਆਫ ਪੇਰੋਲ ਸੋ ਸਾਡਾ ਇਹ ਕਹਿਣਾ ਸੀ ਉਹਨਾਂ ਨੂੰ ਕਿ ਪੇਰੋਲ ਦੀ ਰਿਕੁਆਇਰਮੈਂਟ ਚੱਕ ਦਈਏ ਜਿਹੜੀ ਸਭ ਤੋਂ ਜ਼ਿਆਦਾ ਸਪੋਰਟ ਚਾਹੀਦੀ ਆ ਉਹ ਇਹਨਾਂ ਵਰਗਿਆਂ ਨੂੰ ਚਾਹੀਦੀ ਆ ਸਾਡੇ ਟਰੱਕਿੰਗ ਵਾਲਿਆਂ ਨੂੰ ਜਿਹੜੇ ਫਰਸਟ ਬੇਸਿਕਲੀ ਐਸੈਂਸ਼ੀਅਲ ਸਰਵਿਸਿਜ਼ ਵੀ ਪ੍ਰੋਵਾਈਡ ਕਰ ਰਹੇ ਆ ਤੇ ਜਿਹੜੇ ਸਾਡੇ ਟ੍ਰੇਡਮੈਨ ਵਰਗੇ ਉਹਨਾਂ ਨੂੰ ਬਹੁਤ ਲੋੜ ਆ ਇਹ ਲੋਨ ਦੀ ਸੋ ਉਹਨਾਂ ਨੇ ਪਹਿਲਾਂ 50,000 ਦੀ ਰਿਕੁਆਇਰਮੈਂਟ ਰੱਖੀ ਸੀ ਸਾਡੇ ਪੁਸ਼ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਘਟਾ ਦਿੱਤੀ 20,000 ਤੱਕ ਪੇਰੋਲ ਰਿਕੁਆਇਰਮੈਂਟ ਹੋਰ ਵੀ ਪੁਸ਼ ਕਰਕੇ ਤੇ ਮੇਰੇ ਉਹ ਰਿਕੁਆਇਰਮੈਂਟ ਹੀ ਚੱਕਦੀ ਸੀ so what we wanted was being again team Canada approach ਵੀ ਜੇ ਸਾਨੂੰ ਬਿਠਾਉਂਦੇ ਟੇਬਲ ਤੇ we would have been able to address these concerns ahead of time ਵੀ ਜਿਹੜਾ ਉਹ payroll ਦਾ ਵੀ ਰਿਕੁਆਇਰਮੈਂਟ ਸੀਗਾ ਉਹਨਾਂ ਨੇ ਬਾਅਦ ਚ ਚੱਕਿਆ so it was a little bit late ਤੇ ਜਦੋਂ ਲੋਕਾਂ ਨੂੰ ਚਾਹੀਦਾ ਸੀਗਾ ਉਦੋਂ ਟਾਈਮ ਤੇ ਨਹੀਂ ਮਿਲਿਆ ਉਹਨਾਂ ਨੂੰ but we were happy to see ਵੀ ਪੁਸ਼ ਕਰਨ ਦੇ ਨਾਲ you know that's what we call team Canada ਅਸੀਂ ਰਲ ਮਿਲ ਕੇ ਇਹ ਚੀਜ਼ਾਂ ਕਰਨੀਆਂ that's what's most important ਐਂਡ ਇਹ ਮਤਲਬ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਜਿਹੜਾ COVID-19 ਹੈ ਇਹਦੀ ਕੋਈ ਬਾਉਂਡਰੀਜ਼ ਨਹੀਂ ਇਹਦੀ ਕੋਈ ਪਾਰਟੀ ਪੋਲਿਟਿਕਸ ਨਹੀਂ ਸੋ ਨਾਨ ਪਾਰਟੀਜ਼ਨ ਤੌਰ ਤੇ
ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਬਿਲਕੁਲ ਮਤਲਬ ਆਪਾਂ ਜੇ ਦੇਖਿਆ ਜਿਹੜੀ ਜਸਰਾਜ ਸਿੰਘ ਕੈਨੇਡਾ ਇੱਕ ਤਰ੍ਹਾਂ ਦਾ ਰੋਲ ਮਾਡਲ ਹੈ ਦੁਨੀਆ ਦੇ ਵਿੱਚ ਬਿਲਕੁਲ ਵੀ ਜਿਹੜੇ ਫਾਈਨ ਟਿਊਨਿੰਗ ਕੀਤੀ ਹੈ that was a welcome addition was always that's the role of the opposition anyways to make sure all the programs are fit all the categories and all the people like you said the tradespeople or people with the dividends not having a payroll proper 50,000 or 20,000 right. so ਇਹ ਜਿਹੜਾ ਸ਼ਲਾਘਾਯੋਗ ਜਿਹੜਾ ਸੀਗਾ so moving forward where we now stand on COVID-19 ਜਿਹੜੇ cases ਹੈ ਉਹ ਵੱਧ ਰਹੇ ਆ ਜਿੱਥੇ ਜਿੱਥੇ ਇਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਸਪੈਸ਼ਲੀ ਆਪਣੇ ਓਨਟਾਰੀਓ ਤੇ ਕੁਬੈਕ ਦੇ ਵਿੱਚ ਕੇਸਿਸ ਉਹ ਵੱਧ ਰਹੇ ਆ ਬ੍ਰਿਟਿਸ਼ ਕੋਲੰਬੀਆ ਚ ਸਾਰਿਆਂ ਨਾਲੋਂ ਬੈਸਟ ਨੰਬਰ ਸੀਗੇ ਬਟ ਲੇਟਲੀ ਦ ਨੰਬਰਸ ਆਰ ਗੋਇੰਗ ਅਪ ਐਂਡ ਦ ਸੇਮ ਥਿੰਗ ਵਿਦ ਅਲਬਰਟਾ ਤੁਹਾਡਾ ਕੀ ਇਸ ਬਾਰੇ ਖਿਆਲ ਹੈ so I think that every province ਉਹ ਆਪਣਾ ਸਾਰੇ best try ਕਰ ਰਹੇ ਆ ਏਦਾਂ ਦੀ ਸਿਚੁਏਸ਼ਨ ਹੈ ਨਹੀਂ ਕਿ ਵੀ no one's trying ਅਸੀਂ ਓਨਟਾਰੀਓ ਚ ਦੇਖਦੇ ਹਾਂ ਉਹਨਾਂ ਦੇ ਘਟ ਰਹੇ ਆ ਕੇਸਿਸ ਅੱਜ ਵੀ I think that it was lower this fluctuation it's not really in the government's hand ਉਹ ਸਾਡੇ ਹੱਥ ਵਿੱਚ ਆ ਜਿੰਨਾ ਅਸੀਂ ਆਪਣੇ ਆਪ ਤੇ ਕੰਟਰੋਲ ਕਰਾਂਗੇ ਜਿੰਨੇ ਅਸੀਂ ਪ੍ਰੀਕਾਸ਼ਨ ਲਵਾਂਗੇ that's what's important ਅਸੀਂ ਹੁਣ ਮੈਂ ਹੀ ਵੀ ਬੇਨਤੀ ਕਰ ਰਿਹਾ ਕਰਨਾ ਚਾਹੁੰਦਾ ਜ਼ਰੂਰ ਸਾਰਿਆਂ ਨੂੰ ਵੀ ਅਸੀਂ ਸਾਰੇ ਚਾਹੁੰਦੇ ਹਾਂ ਇਕਨੋਮੀ ਠੀਕ ਹੋ ਜਾਵੇ but we have to fix the health side first ਜਿੰਨਾ ਚਿਰ ਅਸੀਂ ਆਪਣੇ ਆਪ ਤੇ ਉਹ ਇੱਕ ਤਰ੍ਹਾਂ ਦਾ ਪਰਹੇਜ਼ ਨਹੀਂ ਰੱਖਦੇ ਜਾਂ if we're not following those protocols ਉਹ ਜ਼ਰੂਰੀ ਆ then we can start fixing the economy faster I'm happy to see ਵੀ ਅੱਜ ਜਾਂ ਕੱਲ Ontario ਨੇ phase 3 ਤੱਕ ਖੋਲ ਦਿੱਤਾ ਆਪਣਾ province it's good to see that ਹਜੇ ਜਿੰਨੇ ਵੀ ਅਸੀਂ normal ਚੀਜ਼ ਤੱਕ ਲੈ ਕੇ ਜਾ ਸਕਦੇ ਹਾਂ better ਆ ਅਸੀਂ ਵੀ ਦੇਖਦੇ ਹਾਂ mental health ਦੇ ਜਿਹੜੇ issues ਨੇ ਉਹ ਕਿੰਨੇ ਜ਼ਿਆਦਾ ਵੱਧ ਗਏ ਆ and this is how we want to bring people back ਵੀ ਅਸੀਂ ਆਪਣੀ normal life ਕਿੱਦਾਂ ਰਹਿ ਸਕਦੇ ਹਾਂ that's most important and ਤੁਹਾਡੀ ਗੱਲ ਬਹੁਤ ਸਹੀ ਹੈਗੀ ਹੈ ਕਿਉਂਕਿ ਲਾਸਟ ਵੀਕ ਮੈਂ ਬ੍ਰਿਟਿਸ਼ ਕੋਲੰਬੀਆ ਦੇ ਮੈਂਟਲ ਹੈਲਥ ਮਿਨਿਸਟਰ ਦੀ ਇੰਟਰਵਿਊ ਕੀਤੀ ਸਪੈਸ਼ਲੀ ਇਸੇ ਕਰਕੇ ਕਿ ਇਹਦੇ ਜਿਹੜੇ ਕੇਸ ਵੱਧ ਰਹੇ ਆ ਬਿਕਾਜ਼ lot of people are dealing and struggling ਲੋਕੀ ਯੂਜ਼ ਟੂ ਨਹੀਂ ਕਰੇ ਬੈਠ ਉਹ ਸਾਰੇ ਪਰਿਵਾਰ ਦੇ ਵਿੱਚ ਬੈਠ ਕਈ ਗੱਲੋਂ ਤਾਂ ਪੋਜ਼ਿਟਿਵ ਚੀਜ਼ਾਂ ਵੀ ਹੈ get this spending time with the family and all that but now people running out of their patience and ਉਹਦਾ ਜਿਹੜਾ ਹੈਗਾ ਆ ਜਿਵੇਂ ਤੁਸੀਂ ਦੱਸਿਆ ਵੀ ਲਾਪਰਵਾਹ ਜੇ ਆਪਾਂ ਹੋ ਗਏ ਜਿਵੇਂ ਅਮਰੀਕਾ 'ਚ ਹੋਇਆ ਟੈਕਸਸ ਫਲੋਰੀਡਾ ਖਾਸ ਕਰਕੇ ਕੈਲੀਫੋਰਨੀਆ ਦੇ ਨੰਬਰ ਨਾਓ ਦਾ ਹਾਈਐਸਟ ਸੋ ਉੱਥੇ ਜਦੋਂ ਇਹਨਾਂ ਨੇ ਖੋਲੇ ਥੋੜੇ ਜਿਹਾ ਲਾਪਰਵਾਹ ਹੋਏ ਲੋਕਾਂ ਨੇ ਬੀਚ ਤੇ ਜਾਣਾ ਸ਼ੁਰੂ ਕੀਤਾ ਦ ਕੇਸਿਸ ਇਨਕਰੀਜ਼ ਸੋ ਆਪਾਂ ਨੂੰ ਜਿਹੜਾ ਹੈ ਵਾਚ ਤੇ ਰਹਿਣਾ ਪੈਣਾ ਜੇ ਇਹਨੂੰ ਆਪਾਂ ਬਦਲ ਨਹੀਂ ਦੇਣਾ absolutely ਤੇ and that's one thing ਮੈਂ ਕਮੈਂਟ ਕਰੂੰਗਾ ਵੀ ਅਸੀਂ ਹਜੇ ਤੱਕ ਆਪਣਾ ਕੈਨੇਡਾ ਅਮਰੀਕਾ ਬਾਰਡਰ ਹਜੇ ਬੰਦ ਕੀਤਾ ਹੋਇਆ because ਉੱਥੇ cases ਬਹੁਤ ਜ਼ਿਆਦਾ ਨੇ and we're able to control that the other side to it is ਜਿਹੜੀ ਅਸੀਂ mental health ਦੀ ਗੱਲ ਕਰ ਰਹੇ ਹਾਂ I think ਅਸੀਂ ਬਹੁਤ ਵਾਰ ਬੇਨਤੀ ਵੀ ਕੀਤੀ ਆ that it's a good time ਵੀ this time right now ਜਿੱਦਾਂ ਤੁਸੀਂ ਕਿਹਾ ਇਹ ਇਦਾਂ ਦਾ ਮੌਕਾ ਕਦੀ ਨਹੀਂ ਕਿਸੇ ਨੂੰ ਮਿਲਿਆ we were living such a fast paced life ਇਹ ਇੱਕਦਮ almost like ਮੈਂ ਕਈਆਂ ਨਾਲ ਗੱਲ ਕਰਦਾ ਵੀ ਮਹਾਰਾਜ ਨੇ ਇੱਕ ਵਾਰੀ like reset button ਜਾਂ refresh button press ਕੀਤਾ ਦਬਾਇਆ ਸਾਡੇ ਤੇ ਵੀ this is a time for us to come back to reality and focus on ourselves ਪਰ ਨਾਲ ਦੇ ਨਾਲ ਇਹ ਵੀ ਬੇਨਤੀ ਆ ਸਾਰਿਆਂ ਨੂੰ ਵੀ ਇੱਕ ਦੂਜੇ ਦਾ ਪਤਾ ਕਰੀਏ ਇੱਕ ਦੂਜੇ ਦਾ ਹਾਲ ਚਾਲ ਪਤਾ ਕਰ ਲਈਏ right this is the right time because ਕਈ ਬਜ਼ੁਰਗ ਵੀ ਹੈਗੇ ਆ that they don't have much it's a good time to reach out ਸਾਡੇ ਆਫਿਸ ਵਿੱਚੋਂ ਵੀ ਕਈ ਸੀਨੀਅਰਸ ਦੇ ਫੋਨ ਕਾਲ ਆਉਂਦੇ ਆ and ਜਾਂ ਉਹ just to talk ਉਦਾਂ ਗੱਲਬਾਤ ਕਰਨ ਲਈ ਫੋਨ ਕਰ ਲੈਂਦੇ ਆ which is really good to see that they're able to reach out ਪਰ ਇਹ ਵੀ ਬੇਨਤੀ ਆ ਸਾਰੇ ਆਪਣੇ ਦਰਸ਼ਕਾਂ ਨੂੰ ਵੀ it's a good time reach out to each other find out how everyone is doing and ਇਸ ਦੇ ਨਾਲ ਜਸਰਾਜ ਸਿੰਘ ਅਲਬਰਟਾ ਦਾ ਤੁਹਾਨੂੰ ਪਤਾ ਹੋਣਾ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਕਾਂ ਨੇ ਜਿਹੜੀ ਚੈਰਿਟੀ ਜਿਹੜੀ ਸੇਵਾ ਭਾਵਨਾ ਹੈ ਫ੍ਰੀ ਫੂਡ ਡਿਲੀਵਰ ਕੀਤਾ ਕਈ ਰੈਸਟੋਰੈਂਟਸ ਨੇ ਗੁਰਦੁਆਰਾ ਸਾਹਿਬਾਨ ਤੇ ਉਥੋਂ ਆਪਣੇ ਫ੍ਰੀ ਟਿਫਨ ਸਰਵਿਸ ਮਤਲਬ ਬਿਕਾਜ਼ ਡਿਸਟੈਂਸਿੰਗ ਕਰਕੇ ਉਥੋਂ ਪਿਕ ਕਰਕੇ ਲੈ ਜਾ ਸਕਦੇ ਈਵਨ ਆਵਰ ਚੈਨਲ ਸਾਂਝਾ ਟੀਵੀ ਨੇ ਵੀ ਕੀਤਾ ਕਿ ਫੋਨ ਕਰੋ ਜੇ ਤੁਸੀਂ ਚੱਕਣਾ ਆ ਸਕਦੇ ਆ ਜੇ ਤੁਹਾਡਾ ਰਾਈਡ ਨਹੀਂ ਹੋਵੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਤੇ ਡਾਇਰੈਕਟਰ ਹੈ ਉਹ ਆਪ ਜਾ ਕੇ ਪਰਸਨਲੀ ਜਾ ਕੇ ਡ੍ਰੌਪ ਕਰਕੇ I'm very very happy to hear that and it just goes to show ਸਾਡੀ ਜੇ ਅਸੀਂ ਸਿੱਖ ਕਮਿਊਨਿਟੀ ਦੇਖ ਲਈਏ ਸਾਰੇ ਪਾਸੇ BC ਕਹ ਲਓ BC ਦੇਖ ਲਓ or Ontario even here in Alberta
ਜਿੰਨੀ ਸੇਵਾ ਜਿਹੜੀ ਆਲਰੇਡੀ ਕਰਦੇ ਸੀਗੇ ਗੁਰਦੁਆਰਾ ਸਾਹਿਬ ਵੀ ਕਰਦੇ ਰਹੇ ਆ ਸਾਡੀ ਕਮਿਊਨਿਟੀ ਦਸਵੰਧ ਵੀ ਕਰਦੀ ਰਹੀ ਆ ਇਹੀ ਫਾਇਦਾ ਆ ਦਿਸ ਇਜ਼ ਵਾਟ ਦ ਟਾਈਮ ਟੂ ਸਟੈਪ ਅਪ ਇੱਥੇ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ ਸਾਡੇ ਕੈਲਗਰੀ ਦੇ ਵਿੱਚ ਦਸ਼ਮੇਸ਼ ਕਲਚਰ ਸੈਂਟਰ ਸਾਡੇ ਪ੍ਰਧਾਨ ਸਾਹਿਬ ਭਾਈ ਅਮਨਪ੍ਰੀਤ ਸਿੰਘ ਗਿੱਲ ਤੇ ਪੂਰੀ ਪ੍ਰਬੰਧਕ ਕਮੇਟੀ ਨੇ ਸ਼ੁਰੂ ਤੋਂ ਡੇ 1 ਤੋਂ ਇਹਨਾਂ ਨੇ ਇੱਕ ਫੂਡ ਬੈਂਕ ਖੋਲਿਆ ਆ ਜਿਹੜਾ ਬਹੁਤ ਸਕਸੈਸਫੁਲ ਰਿਹਾ ਸੋ ਫਾਰ ਇਹ ਫੂਡ ਹੈਂਪਰਸ ਦਿੰਦੇ ਰਹੇ ਆ ਐਂਡ ਸੇਮ ਥਿੰਗ ਫੂਡ ਡਿਲੀਵਰੀ ਵੀ food drive-through service fee, and they've been helping out other people in a big way. But it just goes to show me, okay, samay vele vi we're able to step up. COM is able to step up and serve the community. ਇਹ ਬਹੁਤ ਜ਼ਰੂਰੀ ਗੱਲ ਹੈ ਜਿਵੇਂ ਤੁਸੀਂ ਕਿਹਾ ਕਿ ਆਪਣੀ ਕਮਿਊਨਿਟੀ ਦੇ ਜਿੰਨੇ ਵੀ ਲੋੜਵੰਦ ਬੰਦੇ ਆ ਕਈ ਵਾਰੀ ਲੋਕਾਂ ਨੂੰ ਜਦੋਂ ਰਾਈਟ ਵੇ CERB ਦਾ ਬੈਨੀਫਿਟ ਨਹੀਂ ਸ਼ੁਰੂ ਹੋਇਆ ਸੀ ਉਹ ਜਿਹੜਾ ਟਾਈਮ ਸੀਗਾ ਉਹਦੇ ਵਿੱਚ ਸਟੂਡੈਂਟਸ ਬਹੁਤ ਆਏ ਆ ਬ੍ਰਿਟਿਸ਼ ਕੋਲੰਬੀਆ ਅਲਬਰਟਾ ਦੇ ਵਿੱਚ ਕੈਨੇਡਾ ਵਾਈਡ ਜਿਹੜੇ ਸਟੂਡੈਂਟ ਆਏ ਆ ਸੋ ਉਹਨਾਂ ਨੂੰ ਇਵਨ ਬਲੈਂਕਟ ਸਰਵਿਸ ਫੂਡ ਐਵਰੀਥਿੰਗ ਮਤਲਬ ਉਹਨਾਂ ਨੇ ਜਿਹੜੀ ਨਿਸ਼ਕਾਮ ਸੇਵਾ ਬਿਨਾਂ ਕਿਸੇ ਕੋਸਟ ਤੋਂ ਸੋ ਇਹ ਆਪਣੀ ਕਮਿਊਨਿਟੀ ਦੀ ਬਹੁਤ ਵੱਡੀ ਸਟਰੈਂਥ the other thing is being ਅਸੀਂ as a ਗੁਰਦੁਆਰਾ ਕਹਿ ਲਓ ਗੁਰਦੁਆਰੇ ਨੂੰ ਦੇਖੀਏ Gurdwara is already ready for these kind of things. Kitchen hunda ya, daily food already oh langar bataunde ya. So they were basically already prepared for this thing. ਇਹ ਹੁਣ ਵੱਡੇ ਪੱਧਰ ਤੇ ਚਲੀ ਗਈ ਗੱਲ and the other great thing to see is ਵੀ ਇਕੱਲੀ ਸਾਡੀ ਕਮਿਊਨਿਟੀ ਨੂੰ ਨਹੀਂ ਸਰਵ ਕਰ ਰਹੇ ਪੂਰੀ ਕਮਿਊਨਿਟੀ ਆ ਲਾਰਜ ਨੂੰ ਸਰਵ ਕਰ ਰਹੇ ਆ ਭਾਵੇਂ ਜਿੱਥੇ ਮਰਜ਼ੀ ਹੋਣ and even ਟਰੱਕਰ ਵੀਰਾਂ ਦਾ ਵੀ ਉਪਰਾਲਾ ਨੇ ਕੀਤਾ ਸੀਗਾ ਵੀ ਜਿਹੜੇ ਟਰੱਕ ਡਰਾਈਵਰਸ ਹੁਣ ਉਹ essential services ਇਸ ਟਾਈਮ ਤੇ ਹਜੇ ਵੀ ਡਿਲੀਵਰ ਕਰ ਰਿਹਾ ਜਦੋਂ ਪੈਂਡੈਮਿਕ ਸ਼ੁਰੂ ਹੋਇਆ ਸੀ ਉਦੋਂ ਵੀ ਆਪਣੀ ਉਹ ਲਾਈਫ ਰਿਸਕ ਕਰਦੇ ਸੀਗੇ ਜਿਹੜੇ ਡਰਾਈਵਰ ਵੀ ਰਿਹਾ ਸਾਡੇ ਤੇ ਉਹਨਾਂ ਲਈ ਵੀ ਉਹ ਫੂਡ ਪ੍ਰੋਵਾਈਡ ਕਰਨਾ that was very big step for them as well actually ਸੋ ਇਸ ਦੇ ਨਾਲ ਜਸਰਾਜ ਸਿੰਘ ਜਿਹੜੇ ਬਿਜ਼ਨੈਸਸ ਕਾਫੀ ਹਰਟ ਹੋਏ ਬਿਲਕੁਲ ਟਰੱਕਿੰਗ ਟੈਕਸੀ ਇੰਡਸਟਰੀ you know because ਜਦੋਂ ਆਪਣੇ ਟੂਰਿਜ਼ਮ ਲਾਇਆ ਸਾਡੇ ਤਾਂ ਬ੍ਰਿਟਿਸ਼ ਕੋਲੰਬੀਆ ਖਾਸ ਕਰਕੇ ਜਦੋਂ ਟੂਰਿਜ਼ਮ ਜਦੋਂ ਫਲਾਈਟਾਂ ਹੀ ਇੰਟਰਨੈਸ਼ਨਲ ਹੋਣੀਆਂ ਟੈਕਸੀ ਬਿਜ਼ਨਸ ਸਲੋ ਡਾਊਨ ਜਿੰਨੇ ਵੀ ਰੈਸਟੋਰੈਂਟਸ 5-star ਹੋਟਲਸ ਇਸ ਤੋਂ ਨਾਲ ਜਿਹੜੀ ਪੰਜਾਬੀ ਕਮਿਊਨਿਟੀ ਦੇ ਵਿੱਚ ਆਪਣੇ ਬੈਂਕੁਏਟ ਹਾਲਸ ਦੇ ਨਾਲ ਜਿਹੜੀ ਵੈਡਿੰਗ ਇੰਡਸਟਰੀ ਹੈ ਸਾਡੇ ਕਲੋਥਿੰਗ ਸਟੋਰਸ ਜੁਐਲਰੀ ਸਟੋਰਸ ਸੋ ਤੁਸੀਂ ਕੀ ਦੇਖਦੇ ਹੋ ਵੀ ਇਹਦਾ ਕਿੱਥੇ ਮਤਲਬ ਇਕਨੋਮੀ ਜਦੋਂ ਪਿਕਅਪ ਹੋਊਗੀ how we will deal and how long it will take so it's really important ਮੈਂ ਇਹ ਮੈਂਸ਼ਨ ਕਰਾਂ ਵੀ ਕੋਵਿਡ ਤੋਂ ਪਹਿਲਾਂ ਸਾਡਾ ਕੈਨੇਡਾ ਦਾ ਜਿਹੜਾ ਇਕਨੋਮਿਕ ਗਰੋਥ ਰੇਟ ਸੀ ਉਹ almost 0% ਸੀਗਾ ਤੇ that was unfortunate ਖਾਸ ਕਰਕੇ ਜਿਹੜਾ Alberta was hurting already a lot ਤੇ we always even from our party level ਅਸੀਂ always support ਦਿੰਦੇ ਹਾਂ because small businesses backbone ਹੁੰਦੇ ਆ small business is the backbone of Canada especially of our economy. Yes, definitely. 80% I think the economy run by small business. And it's so important we ਉਹਨਾਂ ਨੂੰ support ਦੇਣਾ ਬਹੁਤ ਜ਼ਰੂਰੀ ਆ so I bring it back to ਤਾਂ ਹੀ ਅਸੀਂ push ਕਰਦੇ ਸੀਗੇ ਵੀ ਜਿਹੜੇ small businesses ਆ ਉਹ payroll ਦਾ requirements ਸਾਨੂੰ we should get rid of that because we need to support them at this time. There was a lot of businesses ਕਈਆਂ unfortunately COVID ਤੋਂ ਪਹਿਲਾਂ ਉਹ ਵੀ struggle ਕਰ ਰਹੇ ਸੀਗੇ ਵੀ ਅਸੀਂ ਬੰਦ ਕਰੀਏ ਜਾਂ ਖੁੱਲੇ ਰਹਿਣ ਦਈਏ ਪਰ COVID ਨੇ basically ਉਹਨਾਂ ਨੂੰ ਜਵਾਬ ਹੀ ਦੇ ਦਿੱਤਾ ਵੀ ਹੁਣ ਬੰਦ ਕਰਨਾ ਹੈ ਤੁਹਾਡਾ right so they had to close their businesses ਜਿਹੜੇ ਹੁਣ and there's no doubt there's a lot of struggle and again ਸਾਨੂੰ ਜਿੰਨਾ ਅਸੀਂ health ਤੇ focus ਕਰ ਸਕਦੇ ਹਾਂ better ਕਰ ਸਕਦੇ ਹਾਂ ਉਹਨਾਂ ਅਸੀਂ economy ਨੂੰ better ਕਰ ਸਕਦੇ ਹਾਂ so ਨਾਲ ਦੇ ਨਾਲ ਹੁਣ ਚੀਜ਼ਾਂ ਹੁਣ ਹੌਲੀ ਖੁੱਲਣ ਲੱਗ ਗਈਆਂ restaurants ਵੀ and hopefully a little bit of tourism as well ਅਸੀਂ ਦੇਖਦੇ ਹਾਂ Banff ਦਾ ਜਿਹੜਾ national park ਆ ਉਹ ਵੀ ਥੋੜਾ ਹੁਣ busy ਹੋਈ ਜਾਂਦਾ every weekend hiking trails ਖੁੱਲੀ ਜਾਂਦੇ ਆ it's good to see but it's also important ਹੁਣ Alberta ਦੇ ਵਿੱਚ ਇਹਨਾਂ ਨੇ mask mandatory August ਪਹਿਲੀ ਤੋਂ ਕੀਤਾ ਹੋਇਆ so we should keep following those protocols and it brings a little bit of normalcy like feel ਹੁੰਦਾ ਆ that's how we're going to improve things so ਹੁਣ restaurants ਵੀ ਹੁਣ ਥੋੜੇ busy ਹੋਣ ਲੱਗ ਗਏ ਆ and I'm happy to see I drive around construction we on full speed te chal rahi hai kai jagah te these kind of things are positive it's a new normal but loki fair we because a spirit hai entrepreneur da ਉਹਨਾਂ ਨੇ obstacles ਹੁੰਦੀਆਂ especially a small business owner ਤੁਸੀਂ ਵੀ ਆਪ ਦੇਖਿਆ ਹੋਣਾ and to overcome those that's a part of being in a small business entrepreneur
ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਲੋਕੀ ਫਿਰ ਵੀ ਉਹੀ ਸਪਿਰਿਟ ਨਾਲ ਆਪਣਾ ਬਿਜ਼ਨਸ ਚਲਾ ਰਹੇ ਆ। ਜਸਰਾਜ ਸਿੰਘ, ਆਪਣੇ ਜਿਵੇਂ ਤੁਸੀਂ ਅਲਬਰਟਾ ਦਾ ਮੈਂਸ਼ਨ ਕੀਤਾ, ਬਿਕਾਜ਼ ਆਇਲ ਤੇ ਬਹੁਤ ਜ਼ਿਆਦਾ ਇੰਡਸਟਰੀ ਡਿਪੈਂਡ, ਸੋ ਦੇ ਆਰ ਸਫਰਿੰਗ ਬਿਗ ਟਾਈਮ। ਸੋ ਤੁਹਾਨੂੰ ਇੱਥੇ ਜਿਹੜਾ ਬੇਸਿਕਲੀ ਤੁਹਾਡੇ ਆਫਿਸ ਦੇ ਵਿੱਚ ਜਾਂ ਕਨਸਟੀਟੂਐਂਟਸ ਹੈ, ਕਿਸ ਤਰ੍ਹਾਂ ਦੇ ਉਹਨਾਂ ਦੇ ਫੋਨ ਆਉਂਦੇ ਆ, ਕਿਸ ਤਰ੍ਹਾਂ ਦੇ ਉਹਨਾਂ ਦੇ ਦੁੱਖ ਦਰਦ ਹੈਗੇ ਆ, ਜਾਂ ਕਿਸ ਤਰ੍ਹਾਂ ਦੇ ਉਹਨਾਂ ਦੇ ਚੈਲੰਜਸ ਹੈਗੇ ਖਾਸ ਕਰਕੇ? ਬਿਲਕੁਲ ਜੀ। ਸੋ ਦੈਟਸ ਅ ਵੈਰੀ ਇੰਪੋਰਟੈਂਟ ਫੈਕਟ। ਸੋ ਵੀ ਆਲ ਨੋ ਅਲਬਰਟਾ ਬਹੁਤ ਜ਼ਿਆਦਾ ਸਫਰ ਕਰ ਰਿਹਾ ਸੀਗਾ ਕੋਵਿਡ ਤੋਂ ਪਹਿਲਾਂ ਵੀ। ਸਾਨੂੰ ਜਿਹੜਾ ਸਾਡਾ ਮੇਨ ਇੰਡਸਟਰੀ ਸਾਡੀ ਸੀਗੀ, ਇਟ ਵਾਸ ਸਟਰਗਲਿੰਗ, ਐਂਡ ਜਿਹੜੇ ਹੁਣ ਕਈ ਬਿੱਲ ਸੀਗੇ ਫਰਮ ਲਿਬਰਲ ਸਰਕਾਰ ਵੱਲੋਂ, that did not help in Alberta. So ਜਿਹੜਾ ਬਿੱਲ C69 ਸੀਗਾ, ਬਿੱਲ C48 ਸੀ, ਖਾਸ ਕਰਕੇ ਜਿਹੜਾ ਕਾਰਬਨ ਟੈਕਸ ਵੀ ਜਿਹੜਾ ਸੀਗਾ, ਉਹ ਹੁਣ ਵੀ ਬਹੁਤ ਜ਼ਿਆਦਾ ਬਿਜ਼ਨੈਸਿਸ ਨੂੰ ਵੀ ਹਰਟ ਕਰ ਰਿਹਾ, ਸਾਡੀ ਐਗਰੀਕਲਚਰ ਇੰਡਸਟਰੀ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ। So those things are important to note. ਸਾਡੇ ਆਫਿਸ ਦੇ ਵਿੱਚ, and even before that I would mention the Alberta ਤੇ Saskatchewan ਦੇ ਵਿੱਚ we don't have a single liberal seat, and it's because they don't feel ਜਿੰਨੇ ਵੀ constituents ਦੇ concerns ਨੇ ਵੀ ਸਾਨੂੰ support ਨਹੀਂ proper ਮਿਲ ਰਹੀ from the federal government, from the liberal government, and it was clear to see election ਦੇ ਵਿੱਚ। But what we hear from every day, ਜਿਹੜੇ ਅਸੀਂ ਸੁਣਦੇ ਹਾਂ, is ਲੋਕੀ ਫਿਰ ਵੀ struggle ਕਰ ਰਹੇ ਆ, and these are the kind of phone calls ਕਿ ਜਿੱਦਾਂ ਮੈਂ ਪਹਿਲਾਂ ਵੀ mention ਕੀਤਾ, seniors ਦੇ phone ਆ ਜਾਂਦੇ ਆ, ਉਹਨਾਂ ਨੂੰ ਕਈ ਵਾਰ grocery ਦੀ ਲੋੜ ਹੁੰਦੀ ਆ। So those are the kind of calls we're taking, and people are struggling. Businesses want to get back to normal as well. ਉਹ ਵੀ struggle ਕਰ ਰਹੇ ਆ, and ਪਹਿਲਾਂ ਜਦੋਂ COVID ਸ਼ੁਰੂ ਹੋਇਆ ਸੀ ਤਾਂ ਹੀ ਅਸੀਂ push ਕੀਤਾ ਸੀਗਾ for those changes, like 75% wage subsidy ਤੇ ਜਿਹੜਾ payroll requirement ਨੂੰ ਚੱਕਣਾ, ਏਦਾਂ ਦੀਆਂ ਕਾਲਾਂ ਸਾਨੂੰ ਬਹੁਤ ਆਉਂਦੀਆਂ ਸੀ, ਤਾਂ ਹੀ ਅਸੀਂ forward put ਕੀਤਾ ਸੀ ਉਹਨਾਂ ਨੂੰ ਕਿ ਆਹ ਤੁਸੀਂ requirements change ਕਰੋ। And right now what we see is people still need support. So they need support from us in the sense that we need plan. ਸਾਡੇ ਕੋਲ plan ਹੋਣਾ ਚਾਹੀਦਾ। ਹੁਣ COVID, we are still within the ਜਿਹੜਾ pandemic ਆ, ਪਰ businesses want to hear ਵੀ ਸਾਡਾ plan ਕੀ ਆ, Canada ਦਾ plan ਕੀ ਆ going forward. We are the only country without a plan right now. We're only G7 country plan ਤੋਂ ਬਿਨਾਂ। ਸਾਡੀ ਪਾਰਟੀ ਨੇ ਇੱਕ plan ਬਣਾ ਕੇ ਅੱਗੇ ਪੇਸ਼ ਕੀਤਾ। It's called Back to Work. ਤੇ Back to Work ਦੇ ਨਾਲ CERB ਵੀ collect ਕਰ ਸਕਦਾ ਬੰਦਾ, ਤੇ ਇਸ ਟਾਈਮ ਤੇ ਉਹਨਾਂ ਨੇ ਕੈਪ ਲਾਇਆ ਵੀ ਤੁਸੀਂ $1000 ਤੋਂ ਉੱਪਰ ਨਹੀਂ ਕਮਾ ਸਕਦੇ। ਸਾਡਾ ਇਹ ਕਹਿਣਾ ਆ ਵੀ ਲੋਕਾਂ ਨੂੰ ਪਨਿਸ਼ ਨਹੀਂ ਕਰਨਾ ਚਾਹੀਦਾ, $1000 ਦਾ ਕੈਪ ਨਹੀਂ ਹੋਣਾ ਚਾਹੀਦਾ। ਜੇ ਉਹਨਾਂ ਨੇ ਕੰਮ ਕਰਨਾ, people want to work, ਲੋਕੀ ਚਾਹੁੰਦੇ ਆ ਵੀ ਅਸੀਂ ਘਰ ਤੋਂ ਨਿਕਲ ਕੇ ਅਸੀਂ ਕੰਮ ਕਰੀਏ ਹੁਣ, and that's our plan. We don't punish those people. Survey ਥੋੜੀ they can collect that in the beginning, ਪਰ ਉਹ ਜਿੰਨਾ ਮਰਜ਼ੀ ਕੰਮ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ, and then you slowly get them off of serve. So this is just one part of the plan, but these are the things people ask for. We plan ਕੀ ਆ ਹੁਣ government ਦਾ going forward. ਸੋ ਅੱਜ ਸਾਡੀ ਗੱਲਬਾਤ ਚੱਲ ਰਹੀ ਹੈ ਜਸਰਾਜ ਸਿੰਘ ਹੈਲਨ, ਜਿਹੜੇ ਕਿ ਮੈਂਬਰ ਆਫ ਪਾਰਲੀਮੈਂਟ ਹੈ ਕੈਲਗਰੀ ਫੋਰਸ ਲਾਨ ਤੋਂ। ਸਕਾਈਪ ਦੇ ਥਰੂ ਅਸੀਂ ਤੁਹਾਨੂੰ ਪ੍ਰੋਗਰਾਮ ਪਹੁੰਚਾ ਰਹੇ ਹਾਂ। ਮੈਂ ਅਲਬਰਟਾ ਕੈਲਗਰੀ ਚ ਆ ਕੇ ਅਸੀਂ ਇਹਨਾਂ ਦੇ ਆਫਿਸ ਚ ਤੁਹਾਨੂੰ ਇਹਨਾਂ ਨਾਲ ਗੱਲਬਾਤ ਕਰਾ ਰਹੇ ਹਾਂ। 4-5 ਮਿੰਟ ਦਾ ਕਮਰਸ਼ੀਅਲ ਬ੍ਰੇਕ ਲੈ ਕੇ ਅਸੀਂ ਪਰਤ ਕੇ ਆਉਂਦੇ ਹਾਂ। ਪਲੀਜ਼ ਸਟੇ ਟਿਊਨਡ ਇਨ, ਤੇ ਫਿਰ ਥੋੜੀ ਗੱਲਬਾਤ ਕਰਾਵਾਂਗੇ। ਸੌਰੀ, ਅੱਜ ਟੈਕਨੀਕਲ ਡਿਫਿਕਲਟੀਜ਼ ਕਰਕੇ ਅਸੀਂ ਫੋਨ ਕਾਲਸ ਨਹੀਂ ਲੈ ਸਕਦੇ, ਪਰ ਨੈਕਸਟ ਟਾਈਮ ਜਦੋਂ ਇਹ ਬ੍ਰਿਟਿਸ਼ ਕੋਲੰਬੀਆ ਚ ਆਏ ਜਾਂ ਮੌਕਾ ਲੱਗਿਆ ਤੇ ਤੁਹਾਨੂੰ ਕੁਐਸਚਨ ਪੁੱਛਣ ਦਾ ਵੀ ਮੌਕਾ ਦੇਵਾਂਗੇ, ਜਿਵੇਂ ਮੈਂ ਸਟੂਡੀਓ ਦੇ ਵਿੱਚ ਤੁਹਾਡੇ ਕੁਐਸਚਨ ਲੈਣਾ ਆ। ਸੋ 4 ਮਿੰਟ ਦਾ ਕਮਰਸ਼ੀਅਲ ਬ੍ਰੇਕ ਲੈ ਕੇ ਅਸੀਂ ਪਰਤ ਕੇ ਆਉਂਦੇ ਹਾਂ। ਧੰਨਵਾਦ। ਪਲੀਜ਼ ਸਟੇ ਟਿਊਨਡ ਇਨ। ਸਤਿ ਸ਼੍ਰੀ ਅਕਾਲ ਐਂਡ ਵੈਲਕਮ ਬੈਕ ਟੂ CJ ਸਿੱਧੂ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਥਰਸਡੇ ਤੁਹਾਨੂੰ ਕਿਸੇ ਪੋਲੀਟੀਸ਼ੀਅਨ, ਕਮਿਊਨਿਟੀ ਐਕਟਿਵਿਸਟ ਜਾਂ ਪ੍ਰੋਫੈਸ਼ਨਲਸ, ਡਾਕਟਰਸ ਨਾਲ ਗੱਲਬਾਤ ਕਰਾਈ ਦੀ ਹੈ। ਅੱਜ ਮੈਂ ਕੈਲਗਰੀ ਅਲਬਰਟਾ ਦੇ ਵਿੱਚ ਹੈਗਾ। ਇਸ ਸ਼ਹਿਰ ਦੇ ਮੈਂਬਰ ਆਫ ਪਾਰਲੀਮੈਂਟ ਯੰਗ ਮੈਨ ਜਸਰਾਜ ਸਿੰਘ ਹੈਲਨ, ਜਿਹੜੇ ਕਿ ਕੈਲਗਰੀ ਫੋਰਸ ਲਾਨ ਤੋਂ ਮੈਂਬਰ ਆਫ ਪਾਰਲੀਮੈਂਟ ਆ, ਉਹਨਾਂ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ। ਫੋਨ ਕਾਲਸ ਅੱਜ ਅਸੀਂ ਨਹੀਂ ਲੈ ਸਕਦੇ, ਬਟ ਸਟੇ ਟਿਊਨਡ ਇਨ ਐਂਡ ਲਿਸਨ ਟੂ ਹਿਸ ਵਿਊਜ਼। ਸੋ ਲਾਸਟ ਜਿਹੜੀ ਤੁਹਾਡੀ ਗੱਲਬਾਤ ਚੱਲ ਰਹੀ ਸੀ ਜਸਰਾਜ ਸਿੰਘ, ਉਸ ਦੇ ਬਾਰੇ ਮੈਂ ਥੋੜਾ ਜਿਹਾ, ਬਿਕਾਜ਼ ਮੈਂ ਵਾਜ਼ ਅ ਪ੍ਰੋਫੈਸਰ ਆਫ ਇਕਨੋਮਿਕਸ ਇਨ ਇੰਡੀਆ, ਸੋ ਇਹ ਮੇਰਾ ਬਹੁਤ ਕਲੋਜ਼ ਟੌਪਿਕ ਹੈਗਾ। ਆਪਾਂ ਸਾਰੀਆਂ ਜਿਹੜੀਆਂ ਡਿਮਾਂਡਸ is fine and valid because people are suffering. If we are keep on giving hands out every time, like ਤੁਸੀਂ ਦੱਸਿਆ ਕਿ ਲੋਕੀ ਕੰਮ ਕਰਨ, ਉਹਦੇ ਬਾਅਦ ਵੀ ਆਪਾਂ CRB ਦੇ ਜਾਈਏ, ਹਾਲਾਂਕਿ
wage subsidy program we extend karta December tak. How we're going to pay for This is actually absolute brilliant question actually. So I would like to मैं थोड़ा जिहा background भी देना चाहना भी कोविड तो पहला साडी ਜਦੋਂ ਸਰਕਾਰ ਇਲੈਕਸ਼ਨ ਤੋਂ ਬਾਅਦ ਅਸੀਂ already ਪੁੱਛਣ ਲੱਗ ਗਏ ਸੀਗੇ ਵੀ ਸਾਡਾ debt load country ਤੇ ਬਹੁਤ ਜ਼ਿਆਦਾ ਆ. We are at over $1 trillion debt. Yes. And this year alone is more than $300 billion. Yes. And you're absolutely right. ਸਾਰੇ ਇਹ ਪੁੱਛਦੇ ਆ ਵੀ ਕਿੱਥੋਂ ਆਣੇ ਪੈਸੇ ਵੀ how are we going to pay that back? The rate that ਅਸੀਂ ਜਿਸ ਹਿਸਾਬ ਨਾਲ ਕੈਨੇਡਾ ਚੱਲ ਰਿਹਾ ਇਸ ਟਾਈਮ ਤੇ ਕੋਵਿਡ ਤੋਂ ਪਹਿਲਾਂ ਹੀ ਅਸੀਂ we were out of control. ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਜਦੋਂ ਪਹਿਲਾਂ ਇਲੈਕਟ ਹੋਏ ਸੀ ਉਹਨਾਂ ਨੂੰ ਪੁੱਛਿਆ ਗਿਆ ਸੀਗਾ or around that time ਵੀ budget ਕਿੱਦਾਂ ਤੁਸੀਂ balance ਕਰੋਗੇ ਤੇ ਉਹਨਾਂ ਦਾ ਜਵਾਬ ਸੀਗਾ ਉਸ ਟਾਈਮ ਤੇ the budget balances itself ਵੀ ਆਪੇ ਹੀ balance ਹੋ ਜਾਂਦਾ budget and it was unfortunate that ਉਹਨਾਂ ਨੇ ਇਹ ਕਿਹਾ ਸੀਗਾ but what we're seeing now is ਸਾਡਾ debt load ਕਦੀ ਇੰਨਾ ਵੱਡਾ ਹੋਇਆ ਨਹੀਂ of course COVID ਦੇ ਨਾਲ ਹੋਰ ਵੀ debt load ਵੱਧ ਗਿਆ ਸਾਡਾ but we don't have a plan. Our debt was already out of control before that. ਸਾਡੀ ਪਾਰਟੀ ਬਹੁਤ ਪੁਸ਼ ਕਰਦੀ ਸੀਗੀ ਵੀ ਰੇਨੀ ਡੇ ਆ ਸਕਦਾ ਵੀ ਸਾਡਾ ਪਲਾਨ ਕੀ ਆ ਉਹਦੇ ਲਈ we need to have the reserves ਦੇ ਵਿੱਚ ਵੀ ਕੋਈ ਨਾ ਕੋਈ ਸੇਵਿੰਗ ਹੋਣੀ ਚਾਹੀਦੀ ਆ for a rainy day ਤਾਂ ਹੀ ਸੇਵਿੰਗ ਅਸੀਂ ਰੱਖਦੇ ਆ ਸਾਡੇ ਕੋਲ ਕੋਈ ਰਿਜ਼ਰਵ ਵਾਲੀ ਕੋਈ rainy day fund ਨਹੀਂ ਸੀਗਾ and it's even more clear now ਹੁਣ ਤਾਂ ਬਹੁਤ ਵੱਡਾ rainy day ਆ this is a storm and Yes. we're not able to weather the storm so what we have again ਸਾਡਾ ਕੀ what we are trying to say over and over again is being ਹੁਣ ਇਹਨਾਂ ਨੇ snapshot ਦਿੱਤਾ ਆ budget ਦਾ it's not even proper budget ਹਜੇ ਉਹਨਾਂ ਨੇ ਕੱਢਿਆ ਨਹੀਂ ਪਰ snapshot is very scary and that looks like ਵੀ ਮੇਰੇ ਬੱਚਿਆਂ ਦੇ ਬੱਚਿਆਂ ਤੇ ਵੀ ਇਹ debt ਜਾਊਗਾ and we need to get that under control. ਪਰ ਜਸਰਾਜ ਸਿੰਘ ਆਪਾਂ ਜਿਹੜੀ ਗੱਲ ਸੀ ਇੱਕ ਪਾਸੇ ਜਿਹੜੀਆਂ ਸਾਰੀਆਂ ਪਾਰਟੀਆਂ including your party want to give people benefits and increase benefits. On the same time, we want them to balance the budget and keep a lid on that. ਕਿਵੇਂ ਇਹਨੂੰ ਇਹਦਾ balancing factor ਕੀ ਹੈ? So that's another great question actually. Yeah. So ਜਿਹੜਾ ਸਾਡਾ back to work plan ਆ it gets people off of it slowly. ਫਿਰ ਵੀ it's right now we don't have a plan. ਸਾਡੀ ਫੈਡਰਲ ਸਰਕਾਰ ਕੋਲ ਉਹਨਾਂ ਨੇ ਹਜੇ ਤੱਕ ਕੋਈ plan ਨਹੀਂ ਕੱਢਿਆ ਸਾਡੇ ਲਈ ਨਾ ਕੋਈ budget ਕੱਢਿਆ. So like even that's unfortunate to see. So to balance the budget right now the way that we're going actually it looks like John and I don't know interest rates ਵਧਾਉਣੇ ਪੈਣੇ ਆ or they're going to have to make some type of cuts or ਕੁਛ ਨਾ ਕੁਛ ਕਰਨਾ ਪੈਣਾ ਇਹਨਾਂ ਨੂੰ and that's unfortunate because ਅਸੀਂ ਪਹਿਲਾਂ ਦੇ ਕਹਿੰਦੇ ਸੀ ਜਿਵੇਂ ਤੁਸੀਂ ਕਿਹਾ ਸੀਗਾ sorry to interrupt you ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਵੀ ਜੇ ਇਹਨੂੰ ਨਾ ਕੀਤਾ ਤੇ ਆਪਣੇ children and grandchildren ਨੂੰ they will suffer. Somebody have to pay. That's right. ਕਿਉਂਕਿ government ਦਾ ਜਿਹੜਾ ਹੈਗਾ ਆ revenue is a taxes majority of that. I agree. Or cut services. And Professor Saab, dekho, even before, and when we're talking about debt, है ना? So COVID to पहला भी इन्होंने $15 million handout दिता to Mastercard. I'm just trying to talk about भी साडा spending कितनी out of control सीगी. $15 million असी $1 billion company ਨੂੰ उतना ही दे दिता. ਉਹ ਕਦੇ ਲਈ ਦਿੱਤਾ? That ਉਹ ਹਜੇ ਤੱਕ ਕੋਈ clear answer नहीं मिला ਸਾਨੂੰ. ਸਾਡੀ ਫੈਡਰਲ ਗਵਰਨਮੈਂਟ ਨੇ ਕਮਿਊਨਿਸਟ ਪਾਰਟੀ ਜਿਹੜੀ ਚਾਈਨਾ ਆ ਉਹਨਾਂ ਨੂੰ ਮਿਲੀਅਨਸ ਆਫ ਡਾਲਰਸ ਦਿੱਤੇ ਆ ਟੂ ਬਿਲਡ ਅ ਪਾਈਪਲਾਈਨ ਇਨ देयर ਕੰਟਰੀ ਪਰ ਸਾਡੇ ਪਾਈਪਲਾਈਨਸ ਜਦੋਂ ਅਸੀਂ ਗੱਲ ਕਰਦੇ ਸੀ ਪਾਈਪਲਾਈਨਸ ਦੀ ਉਹਨਾਂ ਨੇ they refused to build it and we've seen that because ਜਿੱਦਾਂ ਮੈਂ ਗੱਲ ਕੀਤੀ ਆ ਅਸੀਂ ਬਿਲ C69 ਦੇਖਿਆ ਬਿਲ C69 is basically no new pipeline act ਤੇ ਬਿਲ C48 ਜਿਹੜਾ ਖੜਾ ਕੀਤਾ ਸੀਗਾ that is basically no tinker. ਵੀ ਸਾਡਾ ਜਿਹੜੀ ਸਾਡੀ resources ਜਾਂ oil ਦੀ it can't go from here to the coast. So we're stopping our own development, but we're helping out communist regime like China. So ਸਾਡਾ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਅਸੀਂ debt ਦੀ ਗੱਲ ਕਰ ਰਹੇ ਹਾਂ, this is why it's so out of control. They're easily giving out handouts, and there's no ਸਾਨੂੰ ਕੈਨੇਡਾ ਨੂੰ ਕੋਈ ਫਾਇਦਾ ਨਹੀਂ ਹੋਇਆ ਹਜੇ ਤੱਕ. And this is how we mean that we could have controlled this debt before. So Jasraj Singh, that's news to me. ਇਹ ਜਿਹੜਾ ਹੈਗਾ ਕਮਿਊਨਿਸਟ ਪਾਰਟੀ ਨੂੰ millions of dollars ਜਿਹੜੀ ਗਵਰਨਮੈਂਟ ਆਫ ਕੈਨੇਡਾ ਨੇ ਦਿੱਤਾ ਆ ਇਹਦੇ ਬਾਰੇ ਚੱਲਣਾ ਪਿਆ I never heard that before. So
So the infrastructure, ਅਸੀਂ ਸਾਡੀ ਸਰਕਾਰ ਨੇ infrastructure bank of China ਨੂੰ ਪੈਸੇ ਦਿੱਤੇ ਆ, and they in turn they're helping them build their pipeline. But and just to go back to how we could have helped, right? Just another example of ਸਾਨੂੰ ਅਲਬਰਟਾ ਦੇ ਵਿੱਚ ਕਿਉਂ clear ਆ ਸਾਨੂੰ help ਨਹੀਂ ਮਿਲ ਰਹੀ. ਇੱਕ project ਸ਼ੁਰੂ ਕੀਤਾ ਸੀਗਾ company ਨੇ, and it was called the Tech Frontier Mine Project. ਉਹ ਜਿਹੜਾ project ਸੀਗਾ, ਉਹ company ਨੇ ਆਪਣੇ ਪੈਸੇ ਲਾ ਕੇ almost $1 billion ਖਰਚਿਆ project ਦੇ, ਤੇ 10 ਸਾਲ ਲਈ ਇਹਨਾਂ ਨੇ assessment ਕੀਤੀ ਆ. ਜਦੋਂ ਲਿਬਰਲ ਸਰਕਾਰ ਆਈ ਆ, ਉਹਨਾਂ ਨੇ requirements ਵਧਾ ਦਿੱਤੇ, ਉਹਨਾਂ ਨੇ ਜਿਹੜੇ ਉਹਨੂੰ ਕਹਿੰਦੇ ਆ goal post ਨੂੰ move ਕਰੀ ਜਾਂਦੇ ਸੀਗੇ ਉਹਨਾਂ ਲਈ ਵੀ project basically improve ਨਾ ਹੋਵੇ. They met every single requirement. 10 ਸਾਲ ਦੇ ਵਿੱਚ ਇੰਨੇ ਪੈਸੇ ਉਹਨਾਂ ਨੇ ਲਾਏ ਆ. ਉਹ ਪ੍ਰੋਜੈਕਟ ਨੇ ਅਲਬਰਟਾ ਦੇ ਵਿੱਚ 10,000 ਜੌਬਾਂ ਕ੍ਰੀਏਟ ਕਰਨੀਆਂ ਸੀਗੀਆਂ. We would have had good development. ਸਾਡੇ ਪੈਸੇ ਵੀ ਇੱਥੇ ਬਣਨੇ ਸੀਗੇ. ਪਰ ਜਸਰਾਜ ਸਿੰਘ ਜੀ, ਆਪਾਂ ਪਾਈਪਲਾਈਨ ਦੀ ਗੱਲ ਕਰੀਏ, ਟਰਾਂਸ ਮਾਊਂਟੇਨ ਪਾਈਪਲਾਈਨ, ਇਹਦੇ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਸੀ ਉਹਦੇ ਫੇਵਰ ਸੀ, ਪਰ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਗਵਰਨਮੈਂਟ ਹੈ, ਐਨਡੀਪੀ ਗਵਰਨਮੈਂਟ ਹੈ, ਉਹ ਉਹਦੇ ਖਿਲਾਫ ਸੀ. ਐਂਡ ਅਲਬਰਟਾ ਹੈਡ ਅ ਫਾਈਟ ਵਿਦ ਬ੍ਰਿਟਿਸ਼ ਕੋਲੰਬੀਆ. ਸੋ ਪ੍ਰੋਵਿੰਸਸ ਫਾਈਟ ਕਰ ਰਹੇ ਸੀ. ਜਦੋਂ ਇਹ ਕੋਲੈਪਸ ਹੁੰਦਾ ਦਿਖਿਆ, ਕਿਉਂਕਿ ਜਿਹੜੇ ਪ੍ਰਾਈਵੇਟ ਇਨਵੈਸਟਰ ਸੀ, ਦੇ ਵਾਂਟ ਟੂ ਗੈਟ ਆਊਟ ਆਫ ਦੈਟ, ਇਹ ਫੈਡਰਲ ਗਵਰਨਮੈਂਟ ਬੌਟ ਦੈਟ ਪਾਈਪਲਾਈਨ ਆਊਟ. ਸੋ ਫੈਡਰਲ ਗਵਰਨਮੈਂਟ ਦੇ ਪੁਆਇੰਟ ਆਫ ਵਿਊ ਨਾਲ ਉਹਨਾਂ ਨੇ ਪਾਈਪਲਾਈਨ ਬਾਏ ਕੀਤੀ, ਤਾਂ ਕਿ ਬਿਕਾਜ਼ ਇਟਸ ਅ ਵੈਰੀ ਇੰਪੋਰਟੈਂਟ not for Alberta, British Columbia, but for Canada. Absolutely. To have the pipeline, have a clean energy, ਕਿਉਂਕਿ ਜੇ ਟੈਂਕਰਸ ਤੇ ਟ੍ਰੇਨ ਤੇ ਲੈ ਕੇ ਜਾਣਾ, it's more dangerous. Of course. ਹਾਂਜੀ. ਸੋ ਉਹ ਮਤਲਬ ਫੈਡਰਲ ਗਵਰਨਮੈਂਟ ਦਾ ਜਿਹੜਾ efforts ਹੈ was not a bad effort. So I'll if you don't mind, Professor Saab, I'll go back to that point. ਹਾਂਜੀ. Finishing off ਜਿਹੜਾ ਉਹ ਟੈਕ ਦਾ ਪ੍ਰੋਜੈਕਟ ਸੀਗਾ ਤੇ ਅਲਬਰਟਾ ਦੇ ਵਿੱਚ 10,000 ਜੌਬਾਂ ਕ੍ਰੀਏਟ ਹੋਈਆਂ ਸੀਗੀਆਂ. Everything was good to go. ਸਾਰਾ ਕੁਝ ਕਲੀਅਰ ਕਰ ਲਿਆ ਸੀਗਾ, ਅਸੈਸਮੈਂਟ ਵੀ ਸਾਰੇ ਪਾਸ ਕਰਵਾ ਲਏ ਸੀਗੇ. ਜਦੋਂ ਇਹ ਪ੍ਰੋਜੈਕਟ ਲਿਬਰਲ ਸਰਕਾਰ ਦੇ ਕੈਬਨਿਟ ਦੇ ਸਾਹਮਣੇ ਰੱਖਿਆ ਗਿਆ, ਉਹਨਾਂ ਦੇ ਕੈਬਨਿਟ ਨੇ ਉਹ ਪ੍ਰੋਜੈਕਟ ਨੂੰ ਖਤਮ ਕੀਤਾ. ਹੁਣ ਜੇ ਦੇਖੋ ਤੁਸੀਂ, ਇੱਕ ਕੰਪਨੀ ਆ, ਉਹਨਾਂ ਨੇ $1 billion ਖਰਚਿਆ, ਪੂਰੀ environmental assessment, ਸਾਰਿਆਂ ਤੋਂ ਓਕੇ ਕਰਵਾਇਆ, ਇੰਨੇ ਪੈਸੇ ਲਾਏ ਆ, just to have it go in front and have it cancelled. ਉਹਨਾਂ ਨੇ of course ਕਿਹਾ ਵੀ ਉਹਨਾਂ ਨੇ ਪੁੱਲ ਕੀਤਾ, ਪਰ ਉਹਨਾਂ ਨੇ ਕਿਉਂ ਪੁੱਲ ਕੀਤਾ? Because they said they did not see a pathway after it was in front of the cabinet. So it goes to show ਵੀ ਸਾਨੂੰ ਅਲਬਰਟਾ ਦੇ ਵਿੱਚ ਸਾਨੂੰ support ਨਹੀਂ ਮਿਲ ਰਹੀ ਇਸ government ਤੋਂ. ਜਿਹੜੇ ਸਾਡੇ resources ਆ, ਸਾਨੂੰ promote ਕਰਨੇ ਚਾਹੀਦੇ ਆ, ਸਾਨੂੰ ਵੇਚਣੇ ਚਾਹੀਦੇ ਆ ਬਾਹਰ. We need that right now. ਹੁਣ ਜਦੋਂ ਅਸੀਂ ਟ੍ਰਾਂਸ ਮਾਊਂਟੇਨ ਦੀ ਗੱਲ ਕਰ ਰਹੇ ਹਾਂ, if you look before that, ਸਾਡੀ ਸਰਕਾਰ ਨੇ ਜਿਹੜਾ ਉਹ ਬਿੱਲ ਖੜਾ ਕੀਤਾ C69, C48, I would ask ਵੀ ਜਿੰਨੀਆਂ ਵੀ ਕੰਪਨੀਆਂ ਨੇ ਇੱਥੇ, why would they not want to make that pipeline? What is the purpose? ਉਹਨਾਂ ਨੇ ਤਾਂ ਹੀ ਨਹੀਂ ਕੀਤਾ because there were so many regulations. Regulation ਵੱਧ ਗਈਆਂ ਸੀਗੀਆਂ. There was no pathway to have a successful pipeline. Our government did not, ਸਾਡੀ ਪਾਰਟੀ ਦਾ ਇਹ ਕਹਿਣਾ, we did not need to buy that because companies are more than willing to do it. ਪਹਿਲਾਂ ਵੀ ਕਰਦੀ ਰਹੀਆਂ. But I think the biggest problem, Jasraj Singh, was government of British Columbia, the NDP government. But now I think the project is going ahead with that. But the ultimate goal is they want to sell it to private companies. So the problem is that we paid way more than what the pipeline is worth. Taxpayer they said they. But when, like I said, the companies are ready to build these pipelines. They want to. But if they don't see a clear path on policy, on Bill C69 ne jinniyan requirements ਸੀਗੀਆਂ ਉਹਦੀਆਂ, it basically no company wanted to touch that. ਸਾਡੇ WCB ਵੀ ਵਧਿਆ ਆ. We've seen investment leaving Canada because our tax regime and now like we've increased everything. We don't look very interesting for a company to come here. We don't look very good because companies compare BSC, kithe apna head office rakhiye. Is there a reason for us to keep in Canada or go America? When ਜਿਹੜੀਆਂ policies ਨੇ, they should support these businesses because ਉਹੀ ਜੌਬਾਂ create ਕਰਦੀਆਂ, ਉਹੀ economy ਨੂੰ ਠੀਕ ਕਰਦੀਆਂ. So what we saw actually was that we did not need to buy this pipeline and we overpaid for it. And that's all on the taxpayer's head. So when we talk about debt
and we talk about supporting Canada, that is Sada party da ek ਕਹਿਣਾ, and this is experience that we're not receiving that support. So Jasal Singh, thoda jiha gear shift kariye Of aapa. course. So the next big controversy is happening with the We charity. Prime Minister today appeared in front of the Finance Committee, as well as Chief of Staff Katie Telford. I had a chance to look at the whole committee meeting. Thoda ki khayal hai us par? Professor Saab, so I don't know where to start. A बहुत लंबा चौड़ा जिहा scandal है. It's also really important to note ਵੀ 3 ਸਾਲਾਂ ਦੇ ਵਿੱਚ ਸਾਡੇ Prime Minister ਉੱਪਰ ਤੀਜੀ investigation ਚੱਲ ਰਹੀ ਆ. It's the first time in Canadian history that a Prime Minister is investigated and though are already guilty prove ho chuke ne. The first time in history of Canada that our Prime Minister has committed ethics violations and illegal ones. ਹੁਣ ਸਾਡੀ ਤੀਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਪ੍ਰਾਈਮ ਮਿਨਿਸਟਰ ਤੇ. It's ਮੇਰਾ ਇਹ ਕਹਿਣਾ ਹੈ, it's embarrassing for Canada. ਵੀ ਪੈਂਡੈਮਿਕ ਦੇ ਵਿੱਚ ਵੀ ਜਦੋਂ ਸਾਨੂੰ ਕੈਨੇਡੀਅਨਸ ਨੂੰ ਸਪੋਰਟ ਕਰਨਾ ਚਾਹੀਦਾ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਹੁਣ ਆਪਣੀ ਤੀਜੀ ਸਕੈਂਡਲ ਦੇ ਵਿੱਚ ਇਨਵੈਸਟੀਗੇਸ਼ਨ ਉਹਦੀ ਚੱਲ ਰਹੀ ਹੈ. And so far what we know is ਸਾਡੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੇ ਵੀ ਆਲਰੇਡੀ ਉਹ ਵੀ ਇੱਕ ਵਾਰ ਆਲਰੇਡੀ ਗਿਲਟੀ ਹੋ ਚੁੱਕੀ ਆ ਐਥਿਕਸ ਵਾਇਲੇਸ਼ਨਸ ਦੇ ਵਿੱਚ. ਇਹ ਉਹਨਾਂ ਦਾ ਦੂਜਾ ਚੱਲ ਰਿਹਾ. ਐਂਡ ਯੂ ਵੁੱਡ ਥਿੰਕ ਵੀ ਪਹਿਲੀ ਇਨਵੈਸਟੀਗੇਸ਼ਨ ਜਾਂ ਪਹਿਲੀ ਐਥਿਕਸ ਵਾਇਲੇਸ਼ਨ ਤੋਂ ਬਾਅਦ you understand that this is a serious thing, but it doesn't seem like they're really learning from anything because it's like a normal thing now. What we saw was ਸਾਡੇ finance minister ਸਾਹਿਬ ਨੇ illegal gift ਲਿਆ ਉਹਨਾਂ ਤੋਂ. So it's very important to note ਕਿ ਉਹ illegal ਸੀਗਾ, and it's a violation of the ethics ਜਿਹੜਾ ਸਾਡਾ law ਹੁੰਦਾ ਹੈ that all of us have to follow. So there's a lot going on, and I'm sure we ਤੁਹਾਡੇ ਸਾਰੇ ਜਿੰਨੇ ਦਰਸ਼ਕ ਹੈਗੇ ਆ ਵੀ ਉਹ they're up to date on it. ਉਹਨਾਂ ਨੇ ਬਹੁਤ ਕੁਝ ਦੇਖਿਆ. What we're at this point is that ਇਹਨਾਂ ਨੂੰ ਆਪਣੇ ਆਪ ਨੂੰ ਰਿਕਿਊਜ਼ ਕਰਨਾ ਚਾਹੀਦਾ ਸੀਗਾ ਉਹ ਡਿਵੈਲਪਮੈਂਟ ਤੋਂ. ਉਹ ਜਿਹੜੇ ਪੈਸੇ ਵੀ ਦਿੱਤੇ ਆ. It's also important to note ਵੀ ਜਿਹੜੀ We charity ਆ, they were struggling financially. And what we saw was ਇਹਨਾਂ ਨੇ almost $1 billion ਉਹਨਾਂ ਨੂੰ ਨਹੀਂ ਦਿੱਤਾ. ਉਹਨਾਂ ਦੀ ਇੱਕ ਸ਼ੈਲ ਕੰਪਨੀ ਆ, ਉਹ ਸ਼ੈਲ ਕੰਪਨੀ ਦੇ ਵਿੱਚੋਂ ਕੱਲੀ ਰੀਅਲ ਏਸਟੇਟ ਹੁੰਦੀ ਆ. And that's very alarming ਵੀ ਤੁਸੀਂ ਕੋਈ ਚੈਰਿਟੀ ਨੂੰ ਨਹੀਂ ਦੇ ਰਹੇ ਪੈਸੇ, ਤੁਸੀਂ ਪੈਸੇ ਦੇ ਰਹੇ ਹੋ to the real estate company. It's also very important to note ਜਿਹੜਾ ਸਾਡਾ ethics commissioner ਆ, ਸਾਡੀ ਪਾਰਟੀ ਤੇ opposition parties ਨੇ ਰਲ ਮਿਲ ਕੇ ਕਿਹਾ ਸੀਗਾ ethics commissioner ਕਹਿੰਦਾ ਸੀ ਸਾਡਾ we are very underfunded, ਸਾਡੇ ਕੋਲ ਇੰਨੇ ਪੈਸੇ ਵੀ ਹੈ ਨਹੀਂ, ਸਾਡੇ ਪੈਸੇ ਵਧਾਓ. ਸਾਡੀ opposition ਨੇ ਰਲ ਮਿਲ ਕੇ ਉਹਨਾਂ ਦੇ ਪੈਸੇ ਵਧਾਏ ਆ. It's unfortunate that ਜਿਹੜੀ liberal ਸਰਕਾਰ ਆ ethics commissioner ਨੂੰ underfund ਵੀ ਕੀਤਾ ਆ ਤੇ ਆਪ ਹੀ busy ਕੀਤਾ ਹੈ ethics commissioner ਨੂੰ. So it's important to note that thing. ਹੁਣ ਅਸੀਂ ਦੇਖ ਰਹੇ ਹਾਂ that there was a testimony today, but look how much effort, ਕਿੰਨੀ effort ਲੱਗੀ just to get the Prime Minister in front of that committee. 3 ਵਾਰ ਉਹ ਕਮੇਟੀ ਦੇ ਵਿੱਚੋਂ ਇਹਨਾਂ ਨੇ ਇੱਕ ਫਿਲਬਸਟਰ ਕੀਤਾ ਆ. ਫਿਲਬਸਟਰ ਦਾ ਇਹ ਮਤਲਬ ਹੈ ਵੀ ਲਿਬਰਲ ਪਾਰਟੀ ਨੇ ਡਿਲੇ ਕੀਤਾ ਜਾਂ ਡਰੈਗ ਔਨ ਕੀਤਾ ਵੀ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਅੱਗੇ ਨਾ ਆਉਣ. ਪਰ ਉਹ ਵੀ ਤੀਜੀ ਵਾਰ ਤੋਂ ਬਾਅਦ we were successful to get that passed. ਫਿਰ ਉਹਨਾਂ ਨੇ ਕਿਹਾ ਵੀ it was 1 hour only, ਵੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਇਕੱਲਾ 1 ਘੰਟਾ ਹੋਊਗਾ. ਸਾਰਿਆਂ ਨੇ ਇਹ ਕਿਹਾ ਵੀ we need more time, there's so many questions. So what I'm it was trying 90 minutes, I think. And what I'm trying to say is that it should not take this much work to get the Prime Minister in front of the committee. ਜੇ ਵਾਕਿਆ ਉਹ ਕਹਿੰਦੇ ਆ ਵੀ we didn't do anything wrong, they should have presented themselves. ਹੁਣ ਜਿਹੜੇ finance minister ਆ ਉਹਨਾਂ ਨੇ ਉਸ ਕਮੇਟੀ ਦੇ ਵਿੱਚ admit ਕੀਤਾ that what he did was wrong and it was illegal. And I would like to also ਮੈਂ ਇਹ ਵੀ mention ਕਰਨਾ ਚਾਹੁੰਦਾ ਵੀ ਜਿਹੜੇ ਪਹਿਲਾਂ ਜਿਹੜਾ ਇੱਕ ethics scandal ਸੀਗਾ SNC ਲੈਵਲ ਦਾ, ਉਹਨਾਂ ਨੇ ਉਹਨਾਂ ਦੇ ਆਪ ਦੀ ਪਾਰਟੀ ਦੀ ਇੱਕ ਫੀਮੇਲ ਸਟਰੋਂਗ ਐਥਨਿਕ ਫੀਮੇਲ ਨੂੰ ਬੱਸ ਦੇ ਥੱਲੇ ਸਿੱਟ ਕੇ ਉਹਨੂੰ ਪਾਰਟੀ ਚੋਂ ਬਾਹਰ ਕੱਢਿਆ because she stood up against the corruption. They had previously also another MP who was also ethnic female. She was from the black community. ਉਹਨੂੰ ਵੀ ਜਦੋਂ ਉਹ ਬੋਲੀ to stand up against corruption,
ਉਹਨੂੰ ਵੀ ਇਹਨਾਂ ਨੇ ਚੱਕ ਕੇ ਬਾਹਰ ਮਾਰਿਆ ਪਾਰਟੀ ਤੋਂ and I hope this time around they don't do the same thing because what we see is ਜਦੋਂ trouble ਵਿੱਚ ਆਉਂਦੇ ਆ ਕੋਈ ਨਾ ਕੋਈ female ਨੂੰ ਖੜਾ ਕਰ ਦਿੰਦੇ ਆ and it would be very unfortunate ਜੇ ਸਾਡੇ if they got rid of someone like let's say ਸਾਡੇ Minister Chadar Saab ਜੇ ਉਹਨਾਂ ਨੂੰ ਇਹਨਾਂ ਨੂੰ if they throw her under the bus it would be very unfortunate to see so I hope that's not the case yeah so we charity the ਜਿਵੇਂ ਮੈਂ ਉਹਨਾਂ ਦੀ ਸਾਰੀ ਪ੍ਰਾਈਮ ਮਿਨਿਸਟਰ ਦੀ ਜਿਹੜੀ ਕੁਐਸਚਨਿੰਗ ਐਂਡ ਰਿਪੋਰਟਿੰਗ ਇਨੀਸ਼ੀਅਲੀ ਓਪਨਿੰਗ ਰਿਮਾਰਕ ਉਸ ਤੋਂ ਜਿਹੜੀ ਗੱਲ ਉੱਭਰ ਕੇ ਆਈ ਹੈ ਐਜ਼ ਪਰ देयर ਸਟੇਟਮੈਂਟਸ ਕਿ ਉਹ ਸਰਵਿਸ ਕੈਨੇਡਾ ਨੇ ਜਿਹੜਾ ਵੋਟ ਕੀਤਾ ਸੀਗਾ ਐਂਡ देयर ਵਾਸ not enough time frame to vote it and it should have gone through the proper channels and ਉਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਸੀ ਵੀ ਇਹ ਗਲਤੀ ਜ਼ਰੂਰ ਹੋਈ ਹੈ he should have excluded himself but ਉਹ decision ਦੇ ਵਿੱਚ ਉਹ ਸ਼ਾਮਲ ਸੀਗੇ ਪਰ ਉਹਨਾਂ ਦੀ ਕੋਈ wrong doing ਜਿਹੜੀ ਹੈਗੀ ਉਹਨਾਂ ਨੇ ਨਹੀਂ ਮੰਨੀ so I want to actually this is good actually question ਦੋ ਚੀਜ਼ਾਂ ਮੈਂ highlight ਕਰਨਾ ਚਾਹੁੰਦਾ that the prime minister has been known ਵੀ ਉਹ apologize ਕਰਦੇ ਆ ਜਦੋਂ ਫੜੇ ਜਾਂਦੇ ਆ ਉਹ ਪਹਿਲਾਂ ਨਹੀਂ step ਲੈਂਦੇ ਵੀ this is wrong ਅਸੀਂ ਬਲੈਕ ਫੇਸ ਵੀ ਦੇਖਿਆ ਆ ਜਦੋਂ ਉਹਨਾਂ ਦਾ ਗਰੁੱਪਿੰਗ ਸਕੈਂਡਲ ਵੀ ਸੀਗਾ ਉਹਨਾਂ ਨੇ ਪਹਿਲਾਂ ਗਲਤੀ ਨਹੀਂ ਮੰਨੀ ਉਹਨਾਂ ਨੇ ਕਿਹਾ ਵੀ ਸਾਡੇ ਸਾਰਿਆਂ ਲਈ ਲਰਨਿੰਗ ਐਕਸਪੀਰੀਅੰਸ ਆ ਗਲਤੀ ਆਪ ਤੇ ਮੰਨਦੇ ਨਹੀਂ ਐਂਡ ਦੈਟਸ ਅਨਫੋਰਚੂਨੇਟ ਤੁਸੀਂ ਹੈਡ ਆਫ ਸਟੇਟ ਹੈਗੇ ਹੋ ਐਂਡ ਇਨ ਕੰਪੈਰੀਜ਼ਨ ਸਾਡੀ ਪਾਰਟੀ ਦੇ ਵਿੱਚ ਜਦੋਂ ਸਾਡੀ ਸਰਕਾਰ ਹੁੰਦੀ ਸੀ ਇੱਕ ਸਾਡੇ ਕੈਬਨਿਟ ਮਿਨਿਸਟਰ ਨੇ $17 ਦੀ ਇੱਕ orange ਜੂਸ ਚਾਰਜ ਕੀਤਾ ਸੀ ਟੈਕਸ ਪੇਅਰ ਨੂੰ which was absolutely wrong ਉਹਨਾਂ ਨੇ ਆਪਣੀ ਕੈਬਨਿਟ ਪੋਸਟ ਤੋਂ ਸਟੈਪ ਡਾਊਨ ਕਰ ਲਿਆ ਸੀਗਾ over $17 because ਉਹ ਗਲਤ ਸੀ it was not right it wasn't a violation but it wasn't right and she stepped down ਸਾਡੇ finance minister ਨੇ $41,000 gift ਲਿਆ which is illegal for a minister of the crown ਤੇ ਹਜੇ ਤੱਕ ਉਹ ਆਪਣੇ ਆਪ ਨੂੰ ਪਹਿਲਾਂ ਤਾਂ ਰਿਕਿਊਜ਼ ਨਹੀਂ ਕੀਤਾ ਨਾਲ ਦੇ ਨਾਲ ਉਹਨਾਂ ਨੇ ਆਪਣੀ ਕੁੜੀ ਨੂੰ ਉੱਥੇ ਜੌਬ ਵੀ ਦਵਾਈ at the same month that they were going to reward the contract so it's filled with corruption actually and on top of all that what ਅਸੀਂ ਵਾਰ-ਵਾਰ ਕਹਿੰਦੇ ਆ that and I also think that ਇਹਨਾਂ ਨੂੰ ਇਹ ਲੱਗਦਾ ਹੋਊਗਾ and I feel this is my opinion ਵੀ ਜੇ finance minister ਨੂੰ step down ਕਰਨਾ ਪੈਂਦਾ then the prime minister should step down too because ਅਸੀਂ ਕਿੰਨੀ ਵਾਰ ਸੁਣੀ ਜਾਂਦੇ ਆ ਵੀ apologize but blame Canadians for it so those things are very unfortunate to see and one other big point ਇੱਕ already program ਸੀਗਾ Canada Summer Jobs ਦਾ ਇੱਕ program ਹੁੰਦਾ ਆ ਜਿੱਥੇ each riding gets a certain amount of people or youth companies can hire youth ਉਹ program ਨੂੰ Liberal ਸਰਕਾਰ ਨੇ underfund ਕੀਤਾ ਸੀਗਾ ਇਹ ਜਿਹੜਾ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ they created out of nowhere ਇਹ ਪਹਿਲਾਂ ਕਦੀ ਇਹ ਪ੍ਰੋਗਰਾਮ ਹੁੰਦਾ ਨਹੀਂ ਸੀਗਾ ਜਿਹੜਾ ਪ੍ਰੋਗਰਾਮ already ਚੱਲਦਾ ਸੀਗਾ ਉਹਨੂੰ ਅੰਡਰਫੰਡ ਕੀਤਾ what they should have done was put more support into that ਫਿਰ on top of that ਉਹਨਾਂ ਨੇ ਇੱਕ sole source almost $1 billion contract ਇੱਕੋ ਹੀ ਕੰਪਨੀ ਨੂੰ ਦੇ ਦਿੱਤਾ so it shows there's a lot of corruption inside of this so ਜਸਰਾਜ ਸਿੰਘ ਆਪਣੇ ਕੋਲ roughly about 5 ਮਿੰਟ ਰਹਿ ਗਏ ਆ ਦੋ ਟੌਪਿਕ ਉਸ ਚ ਮੈਂ fairly quickly touch ਕਰਨੇ sure ਇੱਕ ਤਾਂ racism because ethnic communities ਇੱਥੇ ਹੈਗੀਆਂ ਪੁਲਿਸ ਦਾ ਜਿਹੜਾ ਚੱਲ ਰਿਹਾ ਵਰਤਾਓ ਕੈਨੇਡਾ ਚ ਵੀ ਅਮਰੀਕਾ ਚ ਤਾਂ ਬਹੁਤ ਹੀ ਸੈਡ ਜਿਹੜੀ ਸਟੋਰੀ ਹੈਗੀ ਹੈ ਜਾਰਜ ਫਲੋਇਡ ਤੇ ਜਿਹੜੇ ਪੁਲਿਸ ਆਫੀਸਰ ਨੇ almost 9 minutes ਉਹਦੀ ਗਰਦਨ ਤੇ and he keep on saying I can't breathe and ਉੱਥੇ ਅਮਰੀਕਾ ਭਰ ਦੇ ਵਿੱਚ demonstration worldwide actually demonstration including Canada so APA being a ethnic group they visible minority groups ਹੋਣ ਦੇ ਨਾਲ racism ਬਾਰੇ and race relations ਬਾਰੇ police ਦੇ role ਬਾਰੇ ਥੋੜਾ ਕੀ ਖਿਆਲ ਹੈ thank you so much Professor Saab this is a good not only just good topic but ਅਸੀਂ ਥੋੜਾ ਜਿਹਾ positive ਨੂੰ ਲੈ ਕੇ ਚੱਲੀਏ ਹੁਣ I also want to see value the ਤੁਹਾਡੇ ਦਰਸ਼ਕਾਂ ਨੂੰ so as you have felt, as I have felt, like many others, ਅਸੀਂ ਸਾਰਿਆਂ ਨੇ racism experience ਕੀਤਾ ਆ ਮੇਰਾ ਆਪ ਦਾ personal experience ਜਦੋਂ ਅਸੀਂ ਇੱਥੇ move ਹੋਏ ਸੀਗੇ ਮੈਂ elementary ਚ ਸੀਗਾ elementary ਤੋਂ ਹੀ ਸ਼ੁਰੂ ਹੋ ਗਿਆ ਸੀਗਾ
ਮੈਂ ਜਦੋਂ ਘਰ ਜਾਂਦਾ ਸੀਗਾ ਪੈਦਲ when I used to walk home ਕਈ ਲੋਕਾਂ ਨੇ ਜਿਹੜੇ ਲੰਘਦੇ ਸੀਗੇ they would swear at us ਜਾਂ ਥੁੱਕਦੇ ਸੀ ਸਾਡੇ ਤੇ ਕਹਿੰਦੇ ਸੀ go back to your country. What I want to say is before I talk about ਜਿਹੜੀ systemic racism ਹੈ I want to leave one message ਜਿਹੜੇ ਦਰਸ਼ਕਾਂ ਨੂੰ ਮੈਂ ਇਹ ਦੇਣਾ ਚਾਹੁੰਦਾ ਕਿ I grew up I was very fortunate enough that ਅਸੀਂ ਸੰਗਤ ਵਿੱਚ ਰਹੇ ਹਾਂ ਸਾਡੇ ਮਾਂ ਨੇ always ਸਾਨੂੰ ਸੰਗਤ ਵਿੱਚ ਲੈ ਕੇ ਉਹ ਜਾਂਦੇ ਸੀਗੇ and ਉਹਦਾ ਕੀ ਫਾਇਦਾ ਸੀਗਾ ਤੇ ਨਾਲੇ ਮੈਂ ਸਪੋਰਟਸ ਵੀ ਬਹੁਤ ਖੇਡਦਾ ਰਿਹਾ like I said in the beginning but ਇਹਨਾਂ ਦਾ ਫਾਇਦਾ ਕੀ ਹੁੰਦਾ ਮੇਰੇ ਮਾਂ always ਸਾਨੂੰ ਦੱਸਦੇ ਹੁੰਦੇ ਸੀ ਇਹ ਜਿਹੜੇ ਐਕਸਪੀਰੀਅੰਸ ਹੁੰਦੇ ਆ ਕਦੀ ਬੈਡ ਐਕਸਪੀਰੀਅੰਸ ਨਹੀਂ ਕਹਿਣਾ ਇਹਨਾਂ ਨੂੰ ਇਹ ਜਿਹੜੇ ਐਕਸਪੀਰੀਅੰਸ ਹੁੰਦੇ ਆ this is life experience ਹੁਣ ਮੈਂ ਇਹ ਨਹੀਂ ਕਹਿ ਰਿਹਾ racism is okay of course racism is absolutely wrong but if you have a positive mind you will be able to use those experiences and grow so ਜਦੋਂ ਤੁਸੀਂ ਸੰਗਤ ਵਿੱਚ ਜਾਂਦੇ ਹੋ ਜਾਂ ਕੋਈ ਟੀਮ ਦੇ ਵਿੱਚ ਖੇਡਦੇ ਹੋ you build support and strength in yourself ਉਹ same ਚੀਜ਼ਾਂ ਜਿਹੜੀਆਂ ਜਿਹਦੇ ਵਿੱਚੋਂ ਅਸੀਂ ਲੰਘੇ ਆ from that racism we were fortunate enough we used those experiences to help other people so growing up ਸਾਡਾ ਇਹ ਮਕਸਦ ਸੀਗਾ ਵੀ youth ਨੂੰ engage ਕਰਨਾ youth ਨੂੰ busy ਰੱਖਣਾ and how did we do that ਅਸੀਂ to tackle racism and help leadership because leadership youth which ਪੈਦਾ ਕਰਨਾ ਬਹੁਤ ਜ਼ਰੂਰੀ ਆ especially nowadays so what we did was we used our own negative ਜਿਹੜੀ experience ਸੀਗੀ we used that to help the ਅਸੀਂ sports ਦੇ tournament ਕਰਾਉਂਦੇ ਆ youth ਦੇ ਨਾਲ so what we do is ਅਸੀਂ ਕਹ ਲਓ ਵੀ basketball tournament ਜਾਂ hockey tournament or volleyball tournament ਰੱਖਦੇ ਹੁੰਦੇ ਆ 4-5 ਸਾਲ ਦੇ ਵਿੱਚ ਉਹਦਾ ਮਤਲਬ ਅਸੀਂ ਉਹਦਾ ਮਕਸਦ ਇਹ ਨਹੀਂ ਹੁੰਦਾ ਵੀ ਅਸੀਂ ਚੈਰਿਟੀ ਲਈ ਪੈਸੇ ਰੇਜ਼ ਕਰਨੇ ਆ 2-3 ਜਣਿਆਂ ਲਈ $5,000 ਕੋਈ ਚੈਰਿਟੀ ਲਈ ਰੇਜ਼ ਕਰਨੇ ਕੋਈ ਵੱਡੀ ਗੱਲ ਨਹੀਂ ਸਾਡਾ ਮੇਨ ਮੋਟਿਵ ਸੀਗਾ ਵੀ ਜਿਹੜੇ ਯੂਥ ਆ ਉਹਨਾਂ 'ਚ ਲੀਡਰਸ਼ਿਪ ਸਕਿੱਲ ਪਾਉਣੀ ਸੋ ਜਿਹੜੇ ਟੂਰਨਾਮੈਂਟ ਹੁੰਦੇ ਸੀਗੇ ਯੂਥ ਤੋਂ ਸੈਟਅਪ ਕਰਾਉਣਾ ਯੂਥ ਤੋਂ ਹੀ ਕੰਮ ਕਰਾਉਣਾ ਐਂਡ ਸਪੈਸ਼ਲੀ ਫॉर ਆਰ ਯੰਗ ਫੀਮੇਲਸ ਬਿਕਾਜ਼ ਉਹਨਾਂ ਦੇ ਵਿੱਚ ਉਹ ਲੀਡਰਸ਼ਿਪ ਦਾ ਸਕਿੱਲ ਪਾਉਣਾ ਉਹਨਾਂ ਦੇ ਵਿੱਚ ਕੌਨਫੀਡੈਂਸ ਬਿਲਡ ਕਰਨਾ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ right now and what does that do that helps tackle racism as well because ਜਦੋਂ ਕੋਈ ਅੰਦਰੋਂ strong ਹੁੰਦਾ ਤਾਂ ਉਹਨਾਂ ਨੂੰ strength ਮਿਲਦੀ ਆ they're able to overcome these things and holi one by one we can help tackle these issues like racism that's very true and ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜੌਨ ਲੂਇਸ ਜਿਹੜੇ ਕਿ ਸਿਵਲ ਰਾਈਟਸ ਲੀਡਰ ਸੀਗੇ ਉਹਨਾਂ ਦਾ ਅੱਜ ਫਿਊਨਰਲ ਸੀਗਾ ਤੇ ਉੱਥੇ ਜਦੋਂ ਤੁਸੀਂ ਸਪੀਚਸ ਸੁਣਦੇ ਆ ਮਿਸਟਰ ਓਬਾਮਾ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਯੂਲੋਜੀ ਪੜ੍ਹੀ ਬੜੀ ਟੱਚਿੰਗ ਤੇ ਬੜੀ ਇਮੋਸ਼ਨਲ ਜਿਹੜੀ all the issues about racism and what happening across the border and what happening here ਜਿਵੇਂ ਤੁਸੀਂ ਕਿਹਾ ਇਹ ਬਹੁਤ ਜ਼ਰੂਰੀ ਹੈ it's everybody's business we have a last 1 minute your final thoughts first ਪਹਿਲਾਂ ਤਾਂ ਸਾਂਝਾ ਟੀਵੀ ਦਾ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ for giving me this time to share my views definitely ਜਦੋਂ ਅਸੀਂ CBC ਆਵਾਂਗੇ ਤੁਹਾਡੇ ਨਾਲ ਫੇਰ ਬੈਠਾਂਗੇ and I would love to take more questions I would just like to leave off on positive note so again ਇਹ ਜਿਹੜੀ pandemic ਦੀ ਮਹਾਮਾਰੀ COVID-19 ਦੀ ਚੱਲ ਰਹੀ ਆ it's so important right now ਵੀ ਇਹਨੂੰ tackle ਕਰਨਾ ਬਹੁਤ ਜ਼ਰੂਰੀ ਆ so ਜਿਹੜੇ health officials ਦੇ ਜਿਹੜੇ precautions ਆ ਉਹ ਅਸੀਂ ਉਹਨੂੰ follow ਕਰੀਏ because again let's follow that and then ਅਸੀਂ economy ਨੂੰ ਵੀ ਠੀਕ ਕਰ ਸਕਦੇ ਹਾਂ ਨਾਲ ਦੇ ਨਾਲ ਅਸੀਂ ਇੱਕ ਦੂਜਿਆਂ ਦੀ help ਕਰੀਏ let's reach out to each other phone each other ਪਤਾ ਕਰੀਏ ਇੱਕ ਦੂਜਿਆਂ ਦਾ ਹਾਲ ਚਾਲ ਸਾਡੇ ਜਿਹੜੇ ਬਜ਼ੁਰਗ ਨੇ ਖਾਸ ਕਰਕੇ ਉਹਨਾਂ ਦਾ ਹਾਲ ਚਾਲ ਪਤਾ ਕਰੀਏ because ਕਈ ਸਾਡੇ ਬਜ਼ੁਰਗ ਨਰਸਿੰਗ ਹੋਮਾਂ 'ਚ ਵੀ ਹੈਗੇ ਆ ਫਿਰ ਵੀ ਕਦੀ ਫੋਨ ਕਰ ਲੈਣਾ ਉਹਨਾਂ ਨੂੰ if we know ਜੇ ਕੋਈ ਘਰ ਇਕੱਲਾ ਕੋਈ ਰਹਿੰਦਾ ਆ ਉਹਨਾਂ ਦਾ ਜੇ ਕੋਈ grocery ਲੈਣ ਵਾਲੀ ਆ or something like that let's help each other out let's leave this on a positive note it's a tough time ਔਖਾ ਸਮਾਂ ਆ but we can make the best of it and I think this is how we can make the best of it if we put humanity in front we will be able to prosper so I would just want to say again thank you ਤੁਹਾਡਾ and ਸਾਂਝਾ TV ਦਾ ਬਹੁਤ ਧੰਨਵਾਦ thank you ਜਸਰਾਜ ਸਿੰਘ Helen and ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਬਿਜ਼ੀ ਹੋ ਤੁਸੀਂ ਸਾਨੂੰ ਟਾਈਮ ਦਿੱਤਾ and it was pleasure talking to you so ਸਾਡੀ ਅੱਜ ਗੱਲਬਾਤ ਚੱਲ ਰਹੀ ਸੀ ਜਸਰਾਜ ਸਿੰਘ ਹੈਲਨ ਜਿਹੜੇ ਕਿ ਮੈਂਬਰ ਆਫ ਪਾਰਲੀਮੈਂਟ ਕੰਜ਼ਰਵੇਟਿਵ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਕੈਲਗਰੀ ਫੋਰਸਲਾਨ ਤੋਂ ਉਹਨਾਂ ਨਾਲ ਸਾਡਾ ਵਿਚਾਰ ਵਟਾਂਦਰਾ ਹੋਇਆ ਗੱਲਾਂ ਬਾਤਾਂ ਹੋਈਆਂ
ਇਸ਼ੂਜ਼ ਹੋਰ ਵੀ ਬਹੁਤ ਆ, ਬਟ ਟਾਈਮ ਦੀ ਤੁਹਾਨੂੰ ਪਤਾ ਹੈ 1 ਘੰਟਾ ਬਹੁਤ ਛੇਤੀ ਟੱਪ ਜਾਂਦਾ ਆ। ਥੈਂਕ ਯੂ ਫॉर ਵਾਚਿੰਗ, ਸਟੇ ਟਿਊਨਡ ਇਨ ਆਲ ਦਾ ਟਾਈਮ। ਆਪਦੀ ਫੀਡਬੈਕ ਜ਼ਰੂਰ ਦਿਆ ਕਰੋ। ਸਾਡੀ ਜਿਹੜੀ ਈਮੇਲ ਐਡਰੈਸ ਐਂਡ ਫੋਨ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਹੇ ਆ। ਇਸੇ ਹੀ ਤਰ੍ਹਾਂ ਨੈਕਸਟ ਹਫਤੇ 7 to 8 o'clock in British Columbia time, I will bring another either community activist or politician, ਫਿਰ ਤੁਹਾਡੇ ਨਾਲ ਗੱਲਬਾਤ ਹੋਊਗੀ। Thank you for watching, ਧੰਨਵਾਦ, ਤੇ have a wonderful, happy, healthy weekend। ਰੱਬ ਰਾਖਾ, ਸਤਿ ਸ਼੍ਰੀ ਅਕਾਲ।